ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਹਰਿੰਦਰ ਸਿੰਘ ਗਿੱਲ ਤੇ ਅੱਜ ਦਾ ਪ੍ਰੋਗਰਾਮ ਕਰੰਟ ਇਸ਼ੂ ਲੈ ਕੇ ਮੈਂ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਚਰਚਾ ਦਾ ਵਿਸ਼ਾ ਰਹੇਗਾ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਲਾਂਘੇ ਨੂੰ ਲੈ ਕੇ ਹੋ ਰਹੀ ਸਿਆਸਤ ਅਤੇ ਕੱਲ੍ਹ ਪਾਕਿਸਤਾਨ ਦੇ ਵਿੱਚ ਜੋ ਨੀਂਹ ਪੱਥਰ ਰੱਖਿਆ ਗਿਆ ਕਰਤਾਰਪੁਰ ਸਾਹਿਬ ਲਾਂਘੇ ਦਾ, ਉਸ ਨੂੰ ਲੈ ਕੇ ਭਾਰਤ ਦੀ ਜੋ ਬਿਆਨਬਾਜ਼ੀ ਹੋ ਰਹੀ ਆ, ਰੱਖਿਆ ਮਾਹਰਾਂ ਦੀ ਬਿਆਨਬਾਜ਼ੀ ਸਾਹਮਣੇ ਆਈ ਆ, ਰੱਖਿਆ ਮੰਤਰੀ ਦੀ ਬਿਆਨਬਾਜ਼ੀ ਸਾਹਮਣੇ ਆਈ ਆ। ਸੋ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ ਹੋਰਾਂ ਦੇ ਨਾਲ। ਸੋ ਆਓ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਪੱਟੀ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੂੰਗਾ ਕਿ ਇਮਰਾਨ ਖਾਨ ਸਾਹਿਬ ਦਾ ਭਾਸ਼ਣ ਕੱਲ੍ਹ ਜਿਹੜਾ ਹੋਇਆ, ਲੈਕਚਰ ਉਹਨਾਂ ਨੇ ਦਿੱਤਾ, ਉਸ ਨੂੰ ਕਿਵੇਂ ਦੇਖਦੇ ਜੀ, ਜੋ ਕੁਛ ਉਹਨਾਂ ਨੇ ਉਸ 'ਚ ਬਿਆਨ ਕੀਤਾ? ਵੇਖੋ ਜੀ, ਇਸੇ ਚੈਨਲ ਦੇ ਉੱਤੇ ਤੇ ਇਸੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਪਹਿਲਾਂ ਸ਼ੁਰੂ ਤੋਂ ਗੱਲ ਕਰਦੇ ਹਾਂ, ਲਾਂਘੇ ਦੀ ਗੱਲ ਕੀਤੀ ਸੀ ਵੀ ਇਹ ਲਾਂਘਾ ਖੋਲ੍ਹਣ ਦੇ ਨਾਲ ਕਈ ਹੋਰ ਲਾਂਘੇ ਖੁੱਲ੍ਹਣਗੇ ਜੀ। ਔਰ ਉਹਨਾਂ ਦਾ ਪੂਰਾ ਭਾਸ਼ਣ ਇਸ ਗੱਲ 'ਤੇ ਕੇਂਦਰਿਤ ਸੀਗਾ ਵੀ ਇਹ ਲਾਂਘਾ ਤੇ ਖੋਲ੍ਹ ਦਿੱਤਾ ਤੇ ਗਾਹ ਅਸੀਂ ਆਪਸੀ ਹੋਰ ਸੁਖਾਵੇਂ ਸੰਬੰਧ ਕਿਵੇਂ ਬਣਾਉਣੇ। ਹਾਂਜੀ। ਔਰ ਉਹਨਾਂ ਬੜੀ ਵੱਡੀ ਗੱਲ ਕਹਿ ਦਿੱਤੀ ਵੀ ਜੇ ਜਰਮਨ ਤੇ ਫਰਾਂਸ ਆਪਣੇ ਆਪ ਲੱਖਾਂ ਬੰਦੇ ਮਾਰ ਕੇ ਅੱਜ ਇੱਕ ਹੋ ਸਕਦੇ ਆ, ਵਪਾਰ ਕਰ ਸਕਦੇ, ਤੇ ਫਿਰ ਅਸੀਂ ਕਿਉਂ ਨਹੀਂ। ਹਾਂਜੀ। ਔਰ ਮੈਂ ਤੁਹਾਨੂੰ ਇਹਦਾ ਥੋੜ੍ਹਾ ਜਿਹਾ ਪਿੱਛੇ ਲੈ ਜਾ, ਜਿਸ ਦਿਨ 23 ਨਵੰਬਰ ਨੂੰ ਪ੍ਰਧਾਨ ਮੰਤਰੀ ਸਾਹਿਬ ਸੁਖਬੀਰ ਸਿੰਘ ਬਾਦਲ ਦੀ ਕੋਠੀ ਦਿੱਲੀ ਆਏ ਤਾਂ ਉਸ ਟਾਈਮ 'ਤੇ ਉਹਨਾਂ ਨੇ ਕਿਹਾ ਸੀ ਵੀ ਜੇ ਬਰਨਲ ਦੀ ਦੀਵਾਰ ਟੱਟ ਸਕਦੀ ਹੈ ਤੇ ਫਿਰ ਲਾਂਘਾ ਕਿਉਂ ਨਹੀਂ ਖੁੱਲ੍ਹ ਸਕਦਾ। ਉਸਨੇ ਸੰਕੇਤ ਦਿੱਤੇ ਸੀ, ਉਹਨਾਂ ਨੇ ਕਿਹਾ ਨਹੀਂ ਸੀ ਲੇਕਿਨ ਸੰਕੇਤ ਦਿੱਤੇ ਸੀਗੇ। ਇਹਦਾ ਮਤਲਬ ਕਿਤੇ ਨਾ ਕਿਤੇ ਦੋਵਾਂ ਪ੍ਰਧਾਨ ਮੰਤਰੀਆਂ ਦੀ ਆਪਸੀ ਜਿਹੜੀ ਆ ਇਹ ਇੱਕ ਤਾਲਮੇਲ ਕਿਤੇ ਹੈਗਾ ਇਸ ਗੱਲ ਦੇ ਉੱਤੇ। ਔਰ ਜੋ ਇਮਰਾਨ ਜੀ ਨੇ ਕਿਹਾ, ਜਨਾਬ ਇਮਰਾਨ ਕਿਹਾ ਵੀ ਅਸੀਂ ਜਿਹੜੀ ਆ ਉਹ ਬਰਨਲ ਦੀ ਦੀਵਾਰ ਵੱਲ ਜਿਹੜੀ ਸੀ ਇਹ ਜਿਹੜੀਆਂ ਸਰਹੱਦਾਂ ਦੀਆਂ ਫਿੱਕੀਆਂ ਕਰ ਦਾਂਗੇ ਵੀ ਇਹ ਦੋਵਾਂ ਤਰ੍ਹਾਂ ਦੇ ਵਪਾਰ ਚੱਲੇਗਾ, ਦੋਵਾਂ ਤਰ੍ਹਾਂ ਦੇ ਸੁਖਾਵੇਂ ਸੰਬੰਧ ਬਣੇਗੇ। ਔਰ ਦੋਵੇਂ ਤਰ੍ਹਾਂ ਇਸ ਵੇਲੇ ਨਿਊਕਲੀਅਰ ਪਾਵਰ ਐਨਰਜੀ ਹੋਲਡ ਨੇ ਜੀ। ਉਹਨਾਂ ਕਿਹਾ ਵੀ ਇਸ ਵੇਲੇ ਤੇ ਜੇ ਲੜਾਈ ਲੜਨਾ ਤੇ ਪਾਗਲ ਦੇ ਹੱਥ ਬੰਦੂਕ ਫੜਾਉਣ ਵਾਲੀ ਗੱਲ ਆ, ਤੇ ਲੜਾਈ ਵਾਲੀ ਦੀ ਗੱਲ ਭੁੱਲ ਜਾਓ, ਲੜਾਈ ਨਹੀਂ ਲੱਗੇਗੀ ਕਦੀ ਵੀ। ਇਹ ਗੱਲ ਉਹਨਾਂ ਨੇ ਬਹੁਤ ਸਿਆਣੀ ਗੱਲ ਜਿਹੜੀ ਆ ਉਹ ਕੀਤੀ ਆ ਕਿ ਜੇਕਰ ਦੋਨੇ ਜਿਹੜੇ ਦੇਸ਼ ਨੇ ਉਹਨਾਂ ਦੇ ਕੋਲ ਨਿਊਕਲੀਅਰ ਪਾਵਰ ਜਿਹੜੀ ਆ ਉਹ ਹੈਗੀ ਆ ਤਾਂ ਫਿਰ ਲੜਾਈ ਦਾ ਮਤਲਬ ਨਹੀਂ ਗਾ। ਕਸ਼ਮੀਰ ਦੀ ਗੱਲ ਤੋਂ ਭਾਰਤ ਜਿਹੜਾ ਉਹ ਭੜਕ ਗਿਆ ਕਿ ਸਾਡਾ ਇੰਟਰਨਲ ਮਾਮਲਾ ਵਾ, ਸਾਡਾ ਅੰਦਰੂਨੀ ਮਾਮਲਾ, ਅਸੀਂ ਆਪੇ ਹੱਲ ਕਰਾਂਗੇ। ਸਟੇਜ ਤੋਂ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ। ਵੇਖੋ ਜੀ, ਜਦੋਂ ਵਾਜਪੇਈ ਸਾਹਿਬ ਸਰਕਾਰ ਬਣੀ ਸੀ ਉਸ ਟਾਈਮ 'ਤੇ ਗੱਲ ਚੱਲਦੀ ਸੀ ਕਸ਼ਮੀਰ ਦੀ ਜੀ, ਵੀ ਕਸ਼ਮੀਰ ਦੇ ਜਿਹੜਾ ਬਾਰਡਰ ਬਣਿਆ ਉਹਨੂੰ ਬਾਰਡਰ ਮਿਲ ਕੇ ਤੁਸੀਂ ਕਸ਼ਮੀਰ ਜਿਹੜਾ ਆਪਣੇ ਕੋਲ ਰੱਖ ਲਓ, ਸਾਡਾ ਸਾਡੇ ਕੋਲ ਰਹਿਣ ਦਿਓ। ਇਹ 'ਚ ਕੋਈ ਮਾੜੀ ਗੱਲ ਨਹੀਂ ਸੀ। ਹਾਂਜੀ। ਲੇਕਿਨ ਅੱਜ ਵੀ ਜੇ ਉਹਨਾਂ ਨੇ ਕਿਹਾ ਵੀ ਕਸ਼ਮੀਰ ਦਾ ਮਸਲਾ ਅਸੀਂ ਮਿਲ ਬੈਠ ਕੇ ਹੱਲ ਕਰ ਸਕਦੇ ਹਾਂ ਤੇ ਮਾੜੀ ਗੱਲ ਕੋਈ ਨਹੀਂ, ਇਹ ਬੜੀ ਚੰਗੀ ਗੱਲ ਆ। ਕਿਉਂਕਿ ਭਾਵੇਂ ਜਿੰਨੀਆਂ ਮਰਜ਼ੀ ਜੰਗਾਂ ਲੜ ਲਓ, ਆਖਰਕਾਰ ਆ ਕੇ ਜਿਹੜਾ ਸਮਝੌਤਾ ਵਾ, ਜਿਹੜੀ ਗੱਲਬਾਤ ਹੋਣੀ ਟੇਬਲ 'ਤੇ ਹੋਣੀ, ਜੰਗ ਦੇ ਮੈਦਾਨ 'ਚ ਨਹੀਂ ਹੋਣੀ। ਔਰ ਇਹਨਾਂ ਦੋ ਕ੍ਰਿਕਟਰ ਜਿਹੜੇ ਹੈਗੇ ਸੀ ਜੋ ਉਹਨਾਂ ਸ਼ੁਰੂ ਕੀਤਾ ਇਸ ਵੇਲੇ ਬੰਦੂਕਤਾਵਾਦੀ ਕੰਮ ਸ਼ੁਰੂ ਕੀਤਾ, ਮੈਂ ਸੋਚਦਾ ਵੀ ਜਿਹੜੇ ਕੱਲ੍ਹ ਦੇ ਇਮਰਾਨ ਖਾਨ ਨੇ ਉੱਥੇ ਛੱਕੇ ਹੀ ਮਾਰੇ ਆ, ਚੌਕਾ ਵੀ ਨਹੀਂ ਕੋਈ ਮਾਰਿਆ। ਜਿੰਨੀਆਂ ਉਹਨਾਂ ਗੱਲਾਂ ਕੀਤੀਆਂ ਸਾਰੀ ਉਸਾਰੂ ਸੋਚ ਵਾਲੀਆਂ ਕੀਤੀਆਂ ਨੇ। ਅਤੇ ਇਸ ਕਰਕੇ ਮੈਂ ਸੋਚਿਆ ਭੜਕਣ ਦੀ ਕੋਈ ਲੋੜ ਨਹੀਂ ਇਹਦੇ ਉੱਤੇ। ਜੇ ਤੁਹਾਨੂੰ ਉਹਨਾਂ ਕਿਹਾ ਜੀ ਤੁਸੀਂ ਉਹਦਾ ਸਵਾਗਤ ਕਰੋ ਜੀ, ਵੈਲਕਮ। ਕਿਉਂਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਪਾਕਿਸਤਾਨ ਅੱਤਵਾਦੀ ਭੇਜਦਾ, ਤੇ ਜੇ ਉਹ ਆਪਣਾ ਅੱਤਵਾਦ ਬੰਦ ਕਰ ਦੇਵੇ ਤੇ ਤੁਹਾਨੂੰ ਹੋਰ ਚਾਹੀਦਾ ਕੀ ਹੈ। ਇੱਥੇ ਭੜਕਣ ਦੀ ਲੋੜ ਨਹੀਂ। ਮੈਂ ਸੋਚਦਾ ਵੀ ਇਹ ਵੀ ਗੱਲਾਂ ਉਹਨਾਂ ਨੇ ਕੀਤੀਆਂ ਵਾ ਕਿ ਭਾਰਤ ਸ਼ਾਇਦ ਸੋਚਦਾ ਆ ਕਿ ਜੇਕਰ ਉੱਥੋਂ ਦੇ ਪ੍ਰਧਾਨ ਮੰਤਰੀ ਮੰਨ ਜਾਂਦੇ ਆ ਤਾਂ ਫੌਜ ਸਮਝੌਤਾ ਨਹੀਂ ਹੋਣ ਦੇਗੀ। ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਾਲ ਸਾਡੀ ਫੌਜ ਜਿਹੜੀ ਆ, ਉਹਨਾਂ ਦੇ ਜਰਨਲ ਜਿਹੜੇ ਆ ਸਾਰੇ ਸਾਡੇ ਨਾਲ, ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਸਾਡਾ ਵਿਰੋਧੀ ਧਿਰ ਆ ਇੱਥੇ ਉਹ ਵੀ ਨਾਲ ਆ ਇਸ ਮੁੱਦੇ 'ਤੇ ਕਿ ਭਾਰਤ ਨਾਲ ਸੰਬੰਧ ਸੁਖਾਵੇਂ ਹੋਣੇ ਚਾਹੀਦੇ। ਮੈਂ ਤੁਹਾਨੂੰ ਪਹਿਲਾਂ ਕਹਿਤਾ ਜੀ, ਕੱਲ੍ਹ ਉਹਨਾਂ ਜਿੰਨੀ ਵੀ ਗੱਲਾਂ ਕੀਤੀਆਂ ਸਾਰੇ ਆਪਣੇ ਕ੍ਰਿਕਟਰ ਵਾਂਗੂ ਛੱਕੇ ਮਾਰੇ ਉਹਨਾਂ ਨੇ। ਉਹਨਾਂ ਨੇ ਇਹ ਨਹੀਂ ਇਹ ਵੀ ਗੱਲ ਕਹੀ, ਉਹਨਾਂ ਕਿ ਜਿੰਨੇ ਪ੍ਰਸ਼ਾਸਕ ਅਧਿਕਾਰੀ ਆ, ਜਿੰਨੇ ਸਾਡੀਆਂ ਵਿਰੋਧੀ ਪਾਰਟੀਆਂ ਜਾਂ ਅਸੀਂ ਆ, ਸਾਡੀ ਫੌਜ ਆ, ਸਾਡੇ ਫੌਜ ਦੇ ਜਵਾਨ ਮੁੱਠ ਇੱਕ ਮੰਚ 'ਤੇ ਆ, ਆਓ ਬੈਠ ਕੇ ਆਪਾਂ ਗੱਲਬਾਤ ਕਰੀਏ ਤੇ ਜਿਹੜੀਆਂ ਸਾਡੀਆਂ ਆਪਸੀ ਕੋਈ ਰੰਜਿਸ਼ਾਂ ਹੈਗੀਆਂ ਦੂਰ ਕਰੀਏ। ਇਹ ਮਾੜੀ ਗੱਲ ਕੋਈ ਨਹੀਂ ਜੀ, ਬਹੁਤ ਅੱਛੀ ਗੱਲ ਹੈਗੀ ਆ। ਦੂਸਰੀ ਗੱਲ ਮੈਂ ਅਗਲੀ ਗੱਲ ਕਰੂੰਗਾ ਵੀ ਜਿਹੜੀ ਉਹਨਾਂ ਦੀ ਗੱਲ ਕਹੀ, ਜੇ ਕਸ਼ਮੀਰ ਦੀ ਗੱਲ ਕੀਤੀ ਹੈ ਤੇ ਕਸ਼ਮੀਰ ਦਾ ਮੁੱਦਾ ਹੱਲ ਕਰਨ ਦੀ ਅੱਜ ਬੜੀ ਲੋੜ, ਉੱਥੇ ਲੜਾਈ ਦੀ ਲੋੜ ਨਹੀਂ ਜੀ। ਮੈਂ ਇਹ ਵੀ ਗੱਲ ਕਰੂੰਗਾ, ਜਦੋਂ ਆਵਾਮ ਅੱਗੇ ਆ ਗਿਆ ਨਾ, ਅੱਜ ਦੀ ਡੇਟ ਦੇ ਵਿੱਚ ਪਾਕਿਸਤਾਨ ਦਾ ਆਵਾਮ ਤੇ ਸਾਡਾ ਹਿੰਦੁਸਤਾਨ ਦਾ ਆਵਾਮ ਇਹ ਨਹੀਂ ਚਾਹੁੰਦਾ ਵੀ ਕੋਈ ਜੰਗ ਲੱਗੇ, ਇਹ ਨਹੀਂ ਚਾਹੁੰਦਾ ਵੀ ਸਾਡੇ ਪਾਕਿਸਤਾਨ ਜਿਹੜੇ ਸੰਬੰਧ ਸੁਖਾਵੇਂ ਨਾ ਹੋਣ। ਜੇ ਮੈਂ ਨਾ ਵੀ ਸਿਆਸੀ ਲੜਾਈ ਲੜਨੀ ਆ, ਤੁਸੀਂ ਇਸਲਾਮਾਬਾਦ ਤੇ ਦਿੱਲੀ ਤੱਕ ਰੱਖੋ, ਇਹਨਾਂ ਨੂੰ ਅੱਗੇ ਨਾ ਆਉਣ ਦਿਓ।
ਆਵਾਮ ਨੂੰ ਚਾਹੀਦਾ ਵੀ ਆਵਾਮ ਇਹਦੇ ਉੱਤੇ ਜਾ ਕੇ ਜਿਹੜਾ ਅਸੀਂ ਪਰ ਹੁਣ ਪੱਟੀ ਸਾਹਿਬ ਤੁਹਾਨੂੰ ਲੱਗਦਾ ਕਿ ਕਸ਼ਮੀਰ ਵਾਲਾ ਮੁੱਦਾ ਜਿਹੜਾ ਆ ਭਾਰਤ ਇਕੱਲਾ ਹੱਲ ਕਰ ਲਏਗਾ? ਜਿਸ ਤਰ੍ਹਾਂ ਸੁਸ਼ਮਾ ਸਵਰਾਜ ਨੇ ਕੱਲ ਬਿਆਨ ਦਿੱਤਾ ਕਿ ਸਾਡਾ ਇੰਟਰਨਲ ਮਾਮਲਾ ਆ, ਇਸ ਦੇ ਵਿੱਚ ਇਸ ਸਟੇਜ ਤੋਂ ਨਹੀਂ ਸੀ ਬੋਲਣਾ ਚਾਹੀਦਾ। ਵੇਖੋ ਜੀ, ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਗਾ। ਜੀ। ਬੀਬੀ ਸੁਸ਼ਮਾ ਸਵਰਾਜ ਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈਗੀ ਵੀ ਉਹ ਮੁੱਦਾ ਉੱਥੇ ਕੀ ਹੈਗਾ। ਮੁੱਦਾ ਤੇ ਉਹ ਕਹਿੰਦੇ ਵੀ ਸਾਨੂੰ ਆਜ਼ਾਦ ਜਿਹੜਾ ਕਸ਼ਮੀਰ ਸਾਡਾ ਆਜ਼ਾਦ ਕਰੋ, ਜੀ ਤੁਸੀਂ ਜਾਓ ਇੱਥੋਂ। ਅਸੀਂ ਇਹ ਚਾਹੁੰਦੇ ਆ ਵੀ ਤੁਸੀਂ ਉਹਨਾਂ ਨੂੰ ਸਹੂਲਤਾਂ ਵੀ ਦਿੰਦੇ ਹੋ। ਜਿਹੜਾ ਸਾਨੂੰ ਇੱਥੇ ਤੁਸੀਂ 100 ਰੁਪਏ ਕਿਲੋ ਦਾਲ ਦਿੰਦੇ ਹੋ, 20 ਰੁਪਏ ਕਿਲੋ ਦਾਲ ਦਿੰਦੇ ਹੋ। ਜਿਹੜਾ ਆਟਾ ਤੁਸੀਂ ਸਾਨੂੰ 40 ਰੁਪਏ ਕਿਲੋ ਦਿੰਦੇ ਹੋ, 4 ਰੁਪਏ ਕਿਲੋ ਦਿੰਦੇ ਹੋ। ਤੁਸੀਂ ਇੰਨੀਆਂ ਸਹੂਲਤਾਂ ਦੇਣ ਦੇ ਬਾਵਜੂਦ ਵੀ ਤੁਸੀਂ ਉੱਥੇ ਕਾਮਯਾਬ ਕਿਉਂ ਨਹੀਂ? ਉੱਥੇ ਤੇ ਸਾਡੀ ਸਿਆਸੀ ਲੜਾਈ ਉੱਥੇ ਮੈਂ ਕਹਿੰਦਾ ਵੀ ਸਿਆਸੀ ਲੜਾਈ ਬੰਦ ਕਰਕੇ ਉੱਥੇ ਜੇ ਭਰਾਤਰੀ ਭਾਵ ਦੀ ਲੜਾਈ ਸ਼ੁਰੂ ਕੀਤੀ, ਗੱਲਬਾਤ ਕੀਤੀ ਜਾਵੇ ਤੇ ਮਸਲਾ ਹੱਲ ਹੋ ਸਕਦਾ ਵਾ। ਇਸ ਕਰਕੇ ਬੀਬੀ ਸੁਸ਼ਮਾ ਸਵਰਾਜ ਨੂੰ ਚਾਹੀਦਾ ਵੀ ਤੂੰ ਬਿਆਨ ਜਿਸ ਕੇ ਦੇ ਦਿੱਤਾ ਵਾ, ਲੇਕਿਨ ਜੇ ਮਸਲਾ ਹੱਲ ਨਹੀਂ ਹੁੰਦਾ ਤੇ ਤੀਸਰੇ ਬੰਦੇ ਨੂੰ ਜੇ ਨਾਲ ਲਿਆ ਜਾਵੇ ਤੇ ਕੋਈ ਮੈਂ ਸੋਚਦਾ ਕੋਈ ਉਹਦਾ ਨੁਕਸਾਨ ਵੀ ਕੋਈ ਨਹੀਂ ਹੈਗਾ। ਕਿਉਂ ਇੱਕ ਪਾਸੇ ਅਸੀਂ ਕਹਿੰਦੇ ਪਾਕਿਸਤਾਨ ਤੋਂ ਅੱਤਵਾਦੀ ਹੁੰਦੇ ਜੀ, ਉਹ ਟ੍ਰੇਨ ਕਰਕੇ ਭੇਜਦਾ, ਉਹ ਤਦ ਹੀ ਬੰਦ ਹੋਣਗੇ ਜੇ ਸਾਡੀ ਉਹਨਾਂ ਨਾਲ ਗੱਲਬਾਤ ਚੱਲੂਗੀ। ਜੇ ਉਹਦੇ ਵਿੱਚੋਂ ਅਸੀਂ ਬੰਦ ਕਰਨੇ ਆਪਣੇ ਜਿਹੜੇ ਉਹਨਾਂ ਦੇ ਅੱਤਵਾਦੀ ਕੈਂਪ ਬੰਦ ਕਰਨੇ ਆ, ਉਹ ਗੱਲਬਾਤ ਦੇ ਰਸਤੇ ਹੱਲ ਹੋ ਸਕਦੀ ਹੈ, ਗੱਲਬਾਤ ਨਾਲ ਚੱਲਣੀ ਗੱਲ। ਤੇ ਮੈਂ ਸੋਚਦਾ ਵੀ ਇਹ ਕੋਈ ਜਿਵੇਂ ਗੱਲਾਂ ਜਿਹੜੀਆਂ ਸਿਆਸੀ ਗੱਲਾਂ ਹੈਗੀਆਂ ਨਹੀਂ ਕਰਨੀ ਚਾਹੀਦੀ। ਪੱਟੀ ਸਾਹਿਬ, ਜਿਵੇਂ ਸੁਸ਼ਮਾ ਸਵਰਾਜ ਨੇ ਕਿਹਾ ਕਿ ਇੱਕ ਧਾਰਮਿਕ ਸਟੇਜ ਸੀ, ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਇਕੱਲੀ ਗੱਲ ਹੋ ਰਹੀ ਸੀ, ਉਸੇ ਤੇ ਇਹ ਗੱਲ ਕੇਂਦਰਿਤ ਰੱਖਣੀ ਚਾਹੀਦੀ ਸੀਗੀ। ਕਸ਼ਮੀਰ ਵਾਲਾ ਮੁੱਦਾ ਜਿਹੜਾ ਆ ਉਹ ਵਿੱਚ ਨਹੀਂ ਸੀ ਆਉਣਾ ਚਾਹੀਦਾ। ਇਹ ਇਮਰਾਨ ਖਾਨ ਨੇ ਗਲਤ ਕੰਮ ਕੀਤਾ। ਪਰ ਉਸ ਚੀਜ਼ ਨੂੰ ਜੇਕਰ ਡੇਰਾ ਬਾਬਾ ਨਾਨਕ ਤੋਂ ਜਿਸ ਦਿਨ ਸਟੇਜ ਲੱਗੀ ਸੀ, ਵੈਂਕਈਆ ਨਾਇਡੂ ਪਹੁੰਚੇ ਸਨ, ਉਸ ਦਿਨ ਹਰਸਿਮਰਤ ਕੌਰ ਨੇ ਜੋ ਕੁਝ ਬੋਲਿਆ ਕਾਂਗਰਸ ਦੇ ਖਿਲਾਫ, ਉਹਨਾਂ ਨੇ ਭੜਾਸ ਜਿਹੜੀ ਉੱਥੇ ਕੱਢੀ, ਕੀ ਉਹ ਸਹੀ ਸੀ? ਨਹੀਂ, ਮੈਂ ਤਾਂ ਪਹਿਲਾਂ ਤੁਹਾਨੂੰ ਕਹਿ ਦਿੱਤਾ ਜੀ ਵੀ ਇਹ ਜਿਹੜੀਆਂ ਸਟੇਜਾਂ ਦੋਵੇਂ ਸੀ, ਇੱਥੇ ਅਸਾਰੂ ਸੋਚ ਦੀ ਗੱਲ ਹੋਣੀ ਚਾਹੀਦੀ ਸੀ। ਇਮਰਾਨ ਦਾ ਇਹ ਵੀ ਇੱਕ ਸਾਰੂ ਸੀ, ਸਾਰੂ ਪੁਆਇੰਟ ਸੀਗਾ ਵੀ ਵੇਖੋ ਜੀ, ਇਹ ਜਿਹੜਾ ਕਸ਼ਮੀਰ ਦਾ ਮਸਲਾ ਜਿਹੜਾ ਵਾ ਆਪਾਂ ਮਿਲ ਬੈਠ ਕੇ ਹੱਲ ਕਰ ਸਕਦੇ ਹਾਂ। ਇਹ ਮਾੜੀ ਗੱਲ ਕੋਈ ਨਹੀਂ ਸੀ। ਲੇਕਿਨ ਜਿਹੜੀ 26 ਤਰੀਕ ਨੂੰ ਇੱਥੇ ਗੱਲਾਂ ਹੋਈਆਂ ਨੇ, ਮੈਂ ਸੋਚਦਾ ਉਹ ਬਹੁਤ ਮੰਦਭਾਗਾ ਸੀ। ਜਿੱਦਾਂ ਉੱਥੋਂ ਪੱਥਰ ਉਠਾਇਆ ਗਿਆ, ਬੀਬੀ ਹਰਸਿਮਰਤ ਕੌਰ ਨੇ ਜਿਹੜਾ ਸੀ ਉਹ ਕਾਂਗਰਸ ਦੇ ਉੱਤੇ 84 ਦੀਆਂ ਗੱਲਾਂ ਕੀਤੀਆਂ, ਉਹਨਾਂ ਨੇ ਜਿਹੜੀ ਦੂਜੇ ਪਾਸੇ ਜਿਹੜੀ ਬਰਗਾੜੀ ਕਾਂਡ ਦੀਆਂ ਗੱਲਾਂ ਕੀਤੀਆਂ, ਨਸ਼ਿਆਂ ਦੀਆਂ ਗੱਲਾਂ ਕੀਤੀਆਂ। ਉਹ ਮੈਂ ਸੋਚਦਾ ਵੀ ਇਹੋ ਜਿਹੀ ਰਜਿਸਟਰਾਂ ਜਿਹੜੀਆਂ ਇਹੋ ਜਿਹੇ ਸਾਂਝੇ ਪ੍ਰੋਗਰਾਮ 'ਚ ਨਹੀਂ ਹੋਣੀ ਚਾਹੀਦੀਆਂ। ਉੱਥੇ ਤਾਂ ਚਾਹੀਦਾ ਸੀ ਬਾਬੇ ਨਾਨਕ ਦੀਆਂ ਸਿੱਖਿਆਵਾਂ ਤੇ ਬਾਬੇ ਨਾਨਕ ਦੇ ਉਦੇਸ਼ ਬਾਰੇ ਗੱਲ ਕੀਤੀ ਜਾਂਦੀ। ਔਰ ਇਮਰਾਨ ਨੇ ਇੰਨੀ ਗੱਲ ਉੱਥੇ ਗੱਲ ਕਹੀ ਆ ਵੀ ਸਾਡੇ ਵਾਸਤੇ ਬਾਬਾ ਨਾਨਕ ਹਜ਼ਰਤ ਮੁਹੰਮਦ ਹੀ ਆ, ਮੁਸਲਮਾਨਾਂ ਵਾਸਤੇ, ਤੇ ਬਹੁਤ ਸਾਰੇ ਮੁਸਲਮਾਨ ਪੀਰ ਮੰਨਦੇ ਆ। ਅੱਜ ਮੈਂ ਕਹਾਂ ਜਿਹੜੇ ਪੰਜਾਬੀ ਕੋਈ 11-12 ਕਰੋੜ ਪੰਜਾਬੀ ਜਿਹੜੇ ਆ ਉਹ ਬਾਬੇ ਨਾਨਕ ਦੇ ਪੈਰੋਕਾਰ ਨੇ। ਜਿਹੜੇ ਪੰਜਾਬੀ ਨਹੀਂ ਵੀ ਹੈਗੇ ਉਹ 15 ਕਰੋੜ ਦੇ ਕਰੀਬ ਉਹਨਾਂ ਦੀ ਗਿਣਤੀ ਚਲੀ ਜਾਂਦੀ, ਜਿਹੜੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਤੇ ਪਹਿਰਾ ਦਿੰਦੇ ਆ। ਚਾਈਨਾ ਦੇ ਵਿੱਚ ਤੁਸੀਂ ਚਲੇ ਜਾਓ, ਇੱਕ ਸਥਾਨ ਉੱਥੇ ਹੈਗਾ ਵਾ ਬਾਬੇ ਨਾਨਕ ਦੇ, ਇੱਥੇ ਲੋਕ ਸਵੇਰੇ ਮੱਥਾ ਟੇਕ ਕੇ ਤੇ ਫਿਰ ਆਪਣੇ ਕਾਰੋਬਾਰ ਤੇ ਜਾਂਦੇ ਆ। ਇਸ ਕਰਕੇ ਮੈਂ ਸੋਚਦਾ ਵੀ ਇਹਦੇ ਤੇ ਇੰਨੀ ਵਿਵਾਦ ਨਹੀਂ ਸ਼ੁਰੂ ਕਰਨਾ ਚਾਹੀਦਾ। ਇਹ ਵਿਵਾਦ ਸੋ ਕੇ ਬੰਦ ਹੋਣਾ ਚਾਹੀਦਾ। ਜੇ ਉਹਨਾਂ ਕਹਿਤਾ ਕਸ਼ਮੀਰ ਦਾ ਮਸਲਾ ਮਿਲ ਬੈਠ ਕੇ ਹੱਲ ਕਰਨਾ ਤਾਂ ਮਾੜੀ ਗੱਲ ਕੋਈ ਨਹੀਂ ਕੀਤੀ ਜੀ। ਕ੍ਰੈਡਿਟ ਵਾਰ ਜਿਹੜੀ ਆ, ਜਿਸ ਦਾ ਅਸੀਂ ਥੋੜ੍ਹੇ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਨਹੀਂ ਹੋਣਾ ਚਾਹੀਦਾ, ਸਿਆਸਤ ਨਹੀਂ ਹੋਣੀ ਚਾਹੀਦੀ, ਪਰ ਉਹ ਥੰਮਣ ਦਾ ਨਾਮ ਨਹੀਂ ਲੈ ਰਹੀ। ਗੱਲ ਕਰੀਏ ਡੇਰਾ ਬਾਬਾ ਨਾਨਕ ਦੀ, ਗੱਲ ਕਰ ਲਈ ਜਾਵੇ ਪਾਕਿਸਤਾਨ ਵਾਲੇ ਪਾਸੇ ਤੋਂ ਕਰਤਾਰਪੁਰ ਸਾਹਿਬ ਵਿਖੇ ਜਦੋਂ ਫਾਊਂਡੇਸ਼ਨ ਸਟੋਨ ਜਿਹੜਾ ਆ ਉਹ ਰੱਖਿਆ ਗਿਆ ਆ, ਉਸ ਵੇਲੇ ਦੀ ਗੱਲ ਕਰ ਲਈ ਜਾਵੇ, ਜਾਂ ਹੁਣ ਤੱਕ ਦੀ ਸਾਰੀ ਗੱਲ ਕਰ ਲਈ ਜਾਵੇ, ਜਾਂ ਫਿਰ ਹਰਸਿਮਰਤ ਕੌਰ ਬਾਦਲ ਤੇ ਹਰਦੀਪ ਸਿੰਘ ਪੁਰੀ ਦੇ ਭਾਰਤ ਪਹੁੰਚਣ ਦੇ ਉੱਤੇ ਜਿਹੜੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ, ਉੱਥੋਂ ਗੱਲ ਕਰ ਲਈ ਜਾਵੇ, ਤਾਂ ਕਿਤੇ ਨਾ ਕਿਤੇ ਕ੍ਰੈਡਿਟ ਲੈਣ ਦੀ ਗੱਲ, ਸਿੱਧੂ ਨੂੰ ਉੱਥੇ ਜਿਹੜਾ ਆ ਉਹ ਦਰਕਨਾਰ ਕਰਨ ਦੀ ਗੱਲ ਕੀਤੀ। ਪਰ ਇਮਰਾਨ ਖਾਨ ਦੇ ਭਾਸ਼ਣ ਦੇ ਵਿੱਚ ਤਾਂ ਉਹਨਾਂ ਨੇ ਸਾਰਾ ਕ੍ਰੈਡਿਟ ਸਿੱਧੂ ਨੂੰ ਦਿੱਤਾ। ਵੇਖੋ ਜੀ, ਜਿਹੜੀ ਗੱਲ ਕ੍ਰੈਡਿਟ ਦੀ ਹੈ ਨਾ, ਕ੍ਰੈਡਿਟ ਤੇ ਜਾਂਦਾ ਸੰਗਤਾਂ ਨੂੰ ਜੀ, ਜਿਹੜੀ ਆ ਪਿਛਲੇ 66 ਸਾਲਾਂ ਤੋਂ ਅਰਦਾਸਾਂ ਕਰਦੀਆਂ ਆ ਰਹੀਆਂ ਵੀ ਇਹ ਲਾਂਘਾ ਖੁੱਲ੍ਹਣਾ ਚਾਹੀਦਾ, ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਹੋਣੇ ਚਾਹੀਦੇ ਸਾਡੇ ਗੁਰਧਾਮਾਂ ਦੇ ਜੀ। ਉਸ ਤੋਂ ਬਾਅਦ ਮੈਂ ਕਹੂੰਗਾ ਸਰਨਾ ਭਰਾਵਾਂ ਨੇ ਆਪਣੇ ਵੱਲ ਤੇ ਕੋਸ਼ਿਸ਼ ਕੀਤੀ ਆ ਜੀ, ਵਡਾਲਾ ਸਾਹਿਬ ਨੇ ਵੀ ਕੀਤੀ ਆ। ਤੁਹਾਨੂੰ ਸ਼ਾਇਦ ਪਤਾ ਹੋਊਗਾ 2008 ਦੇ ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਸੀ, ਉਸ ਟਾਈਮ ਤੇ ਲਾਂਘਾ ਖੁੱਲ੍ਹਣ ਦੀ ਗੱਲ ਚੱਲੀ ਸੀ। ਜਦੋਂ ਵਾਜਪਾਈ ਸਾਹਿਬ ਹੈਗੇ ਸੀ ਪ੍ਰਧਾਨ ਮੰਤਰੀ, ਉਦੋਂ ਵੀ ਲਾਂਘਾ ਖੁੱਲ੍ਹਣ ਦੀ ਗੱਲ ਚੱਲੀ ਸੀ। ਉਹਨਾਂ ਤੇ ਵਾਜਪਾਈ ਸਾਹਿਬ ਨੇ ਤੇ ਬੜਾ ਵਾਸਟ ਪ੍ਰੋਜੈਕਟ ਲੈ ਕੇ ਗਏ ਸੀ ਪਾਕਿਸਤਾਨ, ਕਿ ਅਸੀਂ ਬਾਈ ਰੋਡ ਈਰਾਨ ਇਰਾਕ ਤੋਂ ਜਿਹੜੀ ਬਾਈ ਰੋਡ ਅਸੀਂ ਉੱਥੋਂ ਤੇਲ ਦੀਆਂ ਪਾਈਪਾਂ ਕੱਢੀਏ, ਪਾਈਪਾਂ ਅੰਡਰਗਰਾਊਂਡ ਰਹਿਣ, ਕੋਈ ਕਾਟਿੰਗ ਦੀ ਲੋੜ ਨਾ ਪਵੇ ਕਿਸੇ। ਉਹਨਾਂ ਦਾ ਬੜਾ ਵੱਡਾ ਪ੍ਰੋਜੈਕਟ ਸੀਗਾ, ਲੇਕਿਨ ਉਹ ਨਹੀਂ ਕਾਮਯਾਬ ਹੋ ਸਕੇ। ਵੱਖਰੀ ਗੱਲ ਹੈ ਇੱਕ, ਕਿਉਂਕਿ ਉਸ ਟਾਈਮ ਤੇ ਪਾਕਿਸਤਾਨ 'ਚ ਆਰਮੀ ਦਾ ਬੜਾ ਵੱਡਾ ਕੰਟਰੋਲ ਸੀਗਾ। ਅੱਜ ਮੈਂ ਸੋਚਦਾ ਜਿਹੜੇ ਕਮਰ ਜਾਵਦ
ਬਾਜਵਾ ਨੇ ਉੱਥੋਂ ਦੇ ਆਰਮੀ ਚੀਫ, ਹੂੰ ਉਹ ਵੀ ਚਾਹੁੰਦੇ ਵੀ ਸ਼ਾਂਤੀ ਬਣੀ ਰਵੇ, ਸ਼ਾਂਤੀ ਬਣ ਕੇ ਦੋਵੇਂ ਦੇਸ਼ ਤਰੱਕੀ ਕਰਨ। ਜਦੋਂ ਉੱਥੋਂ ਦੀ ਆਰਮੀ ਇਹ ਗੱਲ ਚਾਹੁੰਦੀ ਆ ਤੇ ਮੈਂ ਸੋਚਦਾ ਮੈਂ ਫਿਰ ਕਿਸੇ ਨਾ ਕਿਸੇ ਦੇ ਸਾਨੂੰ ਇੱਥੇ ਸਿਆਸਤ ਨਹੀਂ ਕਰਨੀ ਚਾਹੀਦੀ, ਸਗੋਂ ਗੱਲਬਾਤ ਦਾ ਰਸਤਾ ਜਿਹੜਾ ਕਰਨਾ ਚਾਹੀਦਾ। ਜਿਹੜੀ ਗੱਲ ਤੁਸੀਂ ਸਿੱਧੂ ਸਾਹਿਬ ਦੀ ਕ੍ਰੈਡਿਟ ਕੀਤੀ ਆ, ਸਿੱਧੂ ਸਾਹਿਬ ਨੂੰ ਕ੍ਰੈਡਿਟ ਭਾਵੇਂ ਥੋੜ੍ਹਾ ਦੇ ਦਿਓ ਬਹੁਤਾ ਦੇ ਦਿਓ, ਕ੍ਰੈਡਿਟ ਜਾਂਦਾ ਉਹਨਾਂ ਨੂੰ। ਉਹਨਾਂ ਨੂੰ ਉਹ ਜੱਫੀ ਨਾ ਪਾਉਂਦੇ, ਉਹਨਾਂ ਦੇ ਕੰਨ 'ਚੋਂ ਫੂਕ ਨਾ ਮਾਰਦਾ ਤੇ ਸ਼ਾਇਦ ਇਹ ਗੱਲ ਨਾ ਚੱਲਦੀ ਜੀ। ਵੈਸੇ ਤੇ ਇਹ ਮੈਨੂੰ ਇਹ ਸਰਨਾ ਸਾਹਿਬ ਦੀ ਗੱਲ ਮੈਂ ਕਹਿ ਰਹੀ ਸੀ ਵੀ ਸਾਨੂੰ ਪਹਿਲਾਂ ਪਤਾ ਸੀ ਵੀ ਉੱਥੇ ਪ੍ਰੋਗਰਾਮ ਹੋਣਾ ਚਾਹੁੰਦਾ ਸੀ, ਇਸ ਕਰਕੇ ਗਿਆ ਸੀ ਉੱਥੇ। ਪਤਾ ਜਾਂ ਨਹੀਂ ਪਤਾ ਇਹ ਉਹ ਜਾਣਦੇ ਆ, ਲੇਕਿਨ ਮੈਂ ਸੋਚਦਾ ਵੀ ਸਿੱਧੂ ਸਾਹਿਬ ਨੂੰ ਵੀ ਕ੍ਰੈਡਿਟ ਜਾਂਦਾ। ਸਿੱਧੂ ਸਾਹਿਬ ਨੇ ਫਿਰ ਉਸ ਤੋਂ ਆ ਕੇ ਉਸ ਤੋਂ ਬਾਅਦ ਲੋਕਾਂ ਨੇ ਕਿੰਨਾ ਵਿਵਾਦ ਛਿੜਿਆ ਜੀ, ਉਹ ਜਨਰਲ ਨੂੰ ਮਿਲਿਆ ਜੀ, ਈਵਨ ਉਹਦੀ ਪਾਰਟੀ ਦੇ ਲੀਡਰ ਨੇ ਛਿੜਿਆ, ਪੰਜਾਬ ਦੇ ਮੁੱਖ ਮੰਤਰੀ ਨੇ ਛਿੜਿਆ, ਲੇਕਿਨ ਉਹਨੇ ਕੋਈ ਇਹੋ ਜਿਹਾ ਵੱਡਵਾਂ ਜਵਾਬ ਨਹੀਂ ਦਿੱਤਾ ਉਹਦਾ ਵੀ ਆ ਮੈਂ ਇੱਦਾਂ ਨਹੀਂ ਕਹਿੰਦਾ। ਉਹ ਕਹਿੰਦਾ ਠੀਕ ਹੈ ਜੀ, ਮੈਂ ਤੇ ਬਾਬੇ ਨਾਨਕ ਦੇ ਲਾਂਘੇ ਦੀ ਗੱਲ ਕੀਤੀ ਹੈ, ਜੇ ਲਾਂਘਾ ਮਿਲਦਾ ਤੇ ਮੈਨੂੰ ਕਿਸੇ ਦੀ ਗੱਲ ਨਹੀਂ, ਮੈਨੂੰ ਕ੍ਰੈਡਿਟ ਮਿਲੇ ਨਾ ਮਿਲੇ ਮੈਂ ਕ੍ਰੈਡਿਟ ਲੈਣ ਵਾਸਤੇ ਨਹੀਂ। ਜਿਹੜੇ ਕੋਈ ਕ੍ਰੈਡਿਟ ਹੋਰ ਮੰਗੇ ਉਹ ਦੇ ਦਿਓ ਤੁਸੀਂ ਉਹਨਾਂ ਨੂੰ। ਤੇ ਕ੍ਰੈਡਿਟ ਨਾ ਸੰਗਤਾਂ ਨੇ, ਕ੍ਰੈਡਿਟ ਨਾ ਲੋਕਾਂ ਨੇ, ਲੋਕ ਆਪੇ ਫੈਸਲਾ ਕਰ ਲੈਣਗੇ ਕਿਹਨੂੰ ਕ੍ਰੈਡਿਟ ਦੇਣਾ ਜੀ ਅਸੀਂ। ਬਿਲਕੁਲ ਭੱਟੀ ਸਾਹਿਬ, ਗੱਲ ਅਸੀਂ ਕ੍ਰੈਡਿਟ ਦੀ ਕਰਦੇ ਹਾਂ, ਗੱਲ ਫਿਰ ਉੱਥੇ ਹੀ ਆਉਂਦੀ ਹੈ ਘੁੰਮ ਕੇ ਕਿ ਬਾਰ-ਬਾਰ ਜਦੋਂ ਕੋਈ ਵੀ ਧਿਰ ਜਿਹੜੀ ਆ ਕਿਸੇ ਦੂਸਰੇ ਦਾ ਨਾਮ ਲਗਾਉਂਦੀ ਆ, ਜਿਸ ਤਰ੍ਹਾਂ ਹੁਣ ਚਰਚਾ ਚੱਲ ਰਹੀ ਆ ਕਿ ਗੋਪਾਲ ਸਿੰਘ ਚਾਵਲਾ ਜਿਹੜੇ ਕਿ ਉਧਰ ਦੀ ਗੁਰਦੁਆਰਾ ਕਮੇਟੀ ਦੇ ਵਿੱਚ ਵੀ ਅਹੁਦੇਦਾਰ ਆ ਤੇ ਉਸ ਦੀ ਸਿਆਸੀ ਲੀਡਰਾਂ ਤੱਕ ਵੀ ਪਹੁੰਚ ਜਿਹੜੀ ਆ ਉਹ ਹੈਗੀ ਆ, ਇਮਰਾਨ ਖਾਨ ਸਾਹਿਬ ਨੂੰ ਵੀ ਉਹ ਮਿਲਦਾ ਆ, ਫੌਜ ਮੁਖੀ ਨੂੰ ਵੀ ਉਹ ਮਿਲਦਾ, ਹੋਰ ਵੀ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਨਾਲ ਵੀ ਉਹਦੀ ਜਿਹੜੀ ਗੱਲਬਾਤ ਹੁੰਦੀ ਆ। ਤੇ ਪਿਛਲੇ ਦਿਨੀ ਉਹ ਭਾਰਤ ਦੇ ਜਿਹੜੇ ਆਫੀਸਰ ਕੁਝ ਇੱਥੋਂ ਜਥੇ ਨੂੰ ਮਿਲਣਾ ਚਾਹੁੰਦੇ ਸੀ ਗਿਆਨ, ਉਹਨੂੰ ਉਹ ਮਿਲਣ ਨਹੀਂ ਦਿੰਦਾ। ਉਸ ਤੋਂ ਬਾਅਦ ਦੇ ਵਿੱਚ ਚਰਚਾ ਦੇ ਵਿੱਚ ਆਉਂਦਾ ਹੈ ਤੇ ਨਵਜੋਤ ਸਿੰਘ ਸਿੱਧੂ ਦੀ ਇੱਕ ਫੋਟੋ ਉਹਦੇ ਨਾਲ ਵਾਇਰਲ ਹੁੰਦੀ ਆ, ਜਿਸ ਨੂੰ ਆਧਾਰ ਬਣਾ ਕੇ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਖਾਲਿਸਤਾਨੀ ਦੇ ਨਾਲ ਫੋਟੋ ਲਵਾ ਲਈ ਜਾਂ ਉਹ ਉਹਦੇ ਸੰਪਰਕ ਦੇ ਵਿੱਚ ਆ ਜਾਂ ਕੀ ਆ। ਪਰ ਉਸ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਇੱਕ ਫੋਟੋ ਵੀ ਗੋਪਾਲ ਸਿੰਘ ਚਾਵਲਾ ਨਾਲ ਆਉਂਦੀ ਆ। ਤੇ ਜਦੋਂ ਅਕਾਲੀ ਦਲ ਨੂੰ ਇਹ ਪੁੱਛਿਆ ਜਾਂਦਾ ਸਿੱਧੂ ਬਾਰੇ ਤਾਂ ਉਹ ਕਹਿੰਦੇ ਜੀ ਉਹ ਸਰਕਾਰੀ ਤੌਰ ਦੇ ਉੱਤੇ ਉੱਥੇ ਗਿਆ ਸੀਗਾ, ਉਸ ਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਸੀ ਕਿਹਨੂੰ ਮਿਲਣਾ ਕਿਹਨੂੰ ਨਹੀਂ ਮਿਲਣਾ। ਪਰ ਜਦੋਂ ਲੌਂਗੋਵਾਲ ਵਾਲੇ ਪਾਸੇ ਆਈਦਾ ਤਾਂ ਕਹਿੰਦੇ ਨਹੀਂ ਜੀ ਉਹ ਤਾਂ ਧਾਰਮਿਕ ਅਹੁਦੇਦਾਰ ਨੇ, ਮੁਖੀ ਨੇ, ਪਰ ਉਹਨਾਂ ਨੂੰ ਕੀ ਇਹਨਾਂ ਨੇ ਸ਼ਾਇਦ ਨਹੀਂ ਸੀ ਪਤਾ ਕਿ ਉਹ ਕੌਣ ਆ। ਪਰ ਕੋਈ ਇੰਨਾ ਵੀ ਭੋਲਾ ਨਹੀਂ ਹੋ ਸਕਦਾ ਕਿ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਨਾਲ ਫੋਟੋ ਕੌਣ ਖਿਚਾ ਰਿਹਾ। ਦੂਸਰੇ ਪਾਸੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਗੱਲ ਕਰਾਂ ਤਾਂ ਉਹਨਾਂ ਦਾ ਬਹੁਤ ਸੋਹਣਾ ਬਿਆਨ ਸਾਹਮਣੇ ਆਇਆ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਫੰਕਸ਼ਨ ਹੁੰਦਾ ਉੱਥੇ ਬਹੁਤ ਸਾਰੀ ਭੀੜ ਹੁੰਦੀ ਆ, ਕੌਣ ਕਿਹਦੇ ਨਾਲ ਫੋਟੋ ਲਵਾ ਗਿਆ ਜਾਂ ਕੌਣ ਤੁਹਾਡੇ ਲਾਗੇ ਖੜਾ ਆ ਇੰਨਾ ਕਿਸੇ VIP ਨੂੰ ਨਹੀਂ ਪਤਾ ਚੱਲਦਾ। ਤੁਸੀਂ ਕਿਵੇਂ ਦੇਖ ਰਹੇ ਜੇ ਗੋਪਾਲ ਸਿੰਘ ਚਾਵਲਾ ਵਾਲਾ ਮੁੱਦਾ ਜਿਹੜਾ ਫਿਰ ਵਿੱਚ ਘਸੀਟ ਕੇ ਅਕਾਲੀ ਦਲ ਜਿਹੜਾ ਆ ਉਹ ਫਿਰ ਕ੍ਰੈਡਿਟ ਵਾਰ ਤੋਂ ਬਾਰ-ਬਾਰ ਇਹ ਕਹਿੰਦਾ ਕਿ ਕ੍ਰੈਡਿਟ ਨਹੀਂ ਲੈਣਾ ਚਾਹੀਦਾ, ਪਰ ਆਉਂਦਾ ਫਿਰ ਘੁੰਮ ਕੇ ਉੱਥੇ ਹੀ ਹੈ। ਜਿੱਥੋਂ ਤੱਕ ਉਹਦੇ ਖਾਲਿਸਤਾਨ ਦੀ ਗੱਲ ਕੀਤੀ ਗਈ ਹੈ, ਕੀ ਖਾਲਿਸਤਾਨ ਦੇ ਨਾਰੇ ਇੱਥੇ ਨਹੀਂ ਲੱਗਦੇ? ਕੀ ਇੱਥੇ ਖਾਲਿਸਤਾਨੀ ਨਹੀਂ ਹੈਗੇ? ਕੀ ਉੱਥੇ ਜਦੋਂ 1985 ਦੇ ਵਿੱਚ ਇਲੈਕਸ਼ਨ ਹੋਈ ਹੈ ਤੇ ਬਾਦਲ ਸਾਹਿਬ MLA ਬਣੇ ਆ? ਇੱਕ ਗੱਲ ਮੈਂ ਹੋਰ ਐਡ ਕਰ ਦੇਵਾਂ, ਗੋਪਾਲ ਸਿੰਘ ਚਾਵਲਾ ਦੀ ਗੱਲ ਹੁੰਦੀ ਆ ਕਿ ਉਹ ਖਾਲਿਸਤਾਨੀ ਆ ਤੇ ਉਹਨੇ ਸਿੱਧੂ ਨਾਲ ਫੋਟੋ ਲਵਾ ਲਈ ਆ। ਤੇ ਪਿਛਲੇ ਦਿਨੀ ਜੇਕਰ ਗੱਲ ਕਰੀਏ ਤਾਂ ਸਿਮਰਨਜੀਤ ਸਿੰਘ ਮਾਨ ਵੀ ਖਾਲਿਸਤਾਨ ਦੀ ਗੱਲ ਕਰਦੇ ਆ ਤੇ ਮਨਜੀਤ ਸਿੰਘ ਜੀਕੇ ਵੱਲੋਂ ਉਹਨਾਂ ਦੇ ਦਫ਼ਤਰ 'ਚ ਪਹੁੰਚਣ ਤੇ ਉਹਨਾਂ ਨੂੰ ਸਰੋਪਾ ਵੀ ਦਿੱਤਾ ਗਿਆ ਸੀ। ਮੈਂ ਤੁਹਾਨੂੰ ਉੱਥੇ ਲੈ ਕੇ ਚੱਲਾਂ। ਜੀ ਜਦੋਂ 1985 ਦੇ ਵਿੱਚ ਇਲੈਕਸ਼ਨ ਹੋਈ ਆ ਜੀ, ਸੰਯੁਕਤ ਅਕਾਲੀ ਦਲ ਨੇ ਬਾਈਕਾਟ ਕਰਵਾਤਾ ਬਾਬੇ ਨੇ ਤੇ ਇਹਨਾਂ ਬਰਨਾਲਾ ਸਾਹਮਣੇ ਇਲੈਕਸ਼ਨ ਲੜੀ ਤੇ 74 ਸੀਟਾਂ ਲੈ ਕੇ ਆਪਣੀਆਂ ਜਿਹੜੀ ਅਸੀਂ ਇਲੈਕਸ਼ਨ ਜਿੱਤ ਗਏ। ਉਹਦੇ ਵਿੱਚ ਬਾਦਲ ਸਾਹਿਬ MLA ਬਣੇ ਸੀਗੇ। ਸਤੰਬਰ ਦੇ ਵਿੱਚ 1985 ਇਲੈਕਸ਼ਨ ਤੇ 29 ਸਤੰਬਰ ਨੂੰ ਮੇਰੇ ਖਿਆਲ ਸ਼ਾਇਦ ਉਹ ਜਿਹੜਾ ਸੈਸ਼ਨ ਹੋਇਆ ਪਹਿਲਾਂ ਇਹਨਾਂ ਦਾ, ਉਸ ਸੈਸ਼ਨ ਦੇ ਵਿੱਚ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕੀ ਉਹ ਜਾਇਜ਼ ਸੀ? ਤੁਸੀਂ ਅੱਜ ਤੱਕ 1984 ਦੇ ਸਾਕੇ ਨੂੰ ਲੈ ਕੇ ਉੱਤੇ ਸਿਆਸਤ ਕਰਦੇ ਆ ਰਹੇ ਹੋ, ਗਾਲਾਂ ਕੱਢਦੇ ਆ ਰਹੇ ਹੋ, ਇੰਦਰਾ ਗਾਂਧੀ ਨੂੰ ਕਹਿੰਦੇ ਦੁਖੀ ਸੀ ਫਲਾਣੀ ਸੀ। ਕੀ ਉਹ ਸ਼ਰਧਾਂਜਲੀ ਦੇਣੀ ਜਾਇਜ਼ ਸੀ? ਕੀ ਵਿਰਸਾ ਸਿੰਘ ਵਲਟੋਆ ਖਾਲਿਸਤਾਨੀ ਨਹੀਂ, ਜਿਹਨੇ ਆਪਣੇ ਵਿਧਾਨ ਸਭਾ ਦੇ ਵਿੱਚ ਨਿਕਲ ਕਹਿਤੀ ਮੈਂ ਅੱਤਵਾਦੀ ਸੀ, ਅੱਤਵਾਦੀ ਹਾਂ, ਅੱਤਵਾਦੀ ਰਹੂੰਗਾ? ਕੀ ਉਹ ਖਾਲਿਸਤਾਨੀ ਨਹੀਂ? ਜਿਹੜੀ ਗੱਲ ਤੁਸੀਂ ਕੀਤੀ ਮਨਜੀਤ ਸਿੰਘ ਜੀਕੇ ਵਾਲੀ, ਸਿਮਰਨ ਸਿੰਘ ਮਾਨ ਨੂੰ ਸਰੋਪਾ ਦੇਣ ਦੀ ਗੱਲ, ਉਹ ਸਾਰਿਆਂ ਦੇ ਜੱਗ ਜ਼ਾਹਰ ਹੈਗੀ ਹੈ ਜੀ। ਮੈਂ ਪਹਿਲਾਂ ਫਿਰ ਗੱਲ ਉੱਥੇ ਆਉਂਦੀ ਆ, ਇਹ ਜੋ ਮਰਜ਼ੀ ਕਹੀ ਜਾਣ, ਜੋ ਮਰਜ਼ੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਨ, ਕ੍ਰੈਡਿਟ ਲੈਣਾ ਸੰਗਤਾਂ ਨੇ। ਇਹਨਾਂ ਦਾ ਅੱਗੇ ਹਸ਼ਰ ਜੋ ਹੋਇਆ ਤੁਹਾਡੇ ਸਾਹਮਣੇ ਆ, ਇੰਨਾ ਹਸ਼ਰ ਕਦੀ ਕੱਲ ਮਾੜੇ ਨੂੰ ਜਿੰਨਾ ਐਤਕੀ ਹੋਇਆ ਵਾ। ਤੇ ਇਹ ਮੈਂ ਸੋਚਦਾ ਇਹੋ ਜਿਹੀਆਂ ਗੱਲਾਂ ਕਰਕੇ ਸਗੋਂ ਆਪਣੇ ਪੈਰਾਂ ਤੇ ਅੱਗੇ ਫਿਰ ਕੰਡੇ ਖਿਲਾਰ ਰਹੇ, ਹੋਰ ਕੰਡੇ ਖਿਲਾਰ ਰਹੇ ਆ। ਤੇ ਆਉਣ ਵਾਲੇ ਲੋਕ ਜਿਹੜੇ ਆਉਣ ਵਾਲੇ ਸਮੇਂ 'ਚ ਲੋਕ ਇਹਨਾਂ ਦੇ ਹੋਰ ਖਿਲਾਫ ਹੋ ਜਾਣ।
ਇਸ ਕਰਕੇ ਜੇ ਇਹਨਾਂ ਕੁਝ ਗੇਨ ਕਰਨਾ ਵਾ ਇਹਨਾਂ ਨੂੰ ਉਸਾਰੀ ਪਹੁੰਚ ਜਿਹੜੀ ਅਪਣਾਉਣੀ ਪਊਗੀ। ਜੇ ਨਹੀਂ ਅਪਣਾਉਂਦੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਹੋਰ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ। ਅਗਲੀ ਗੱਲ ਬੀਬੀ ਹਰਸਿਮਰਤ ਕੌਰ ਨੇ ਕੱਲ ਸਪੀਚ ਕੀਤੀ ਹੈ ਜੀ, ਬੜੀ ਸੋਹਣੀ ਕੀਤੀ ਹੈ, ਬੈਲੈਂਸ ਕੀਤੀ, ਕੋਈ ਇਹੋ ਜਿਹੀ ਗੱਲ ਕੋਈ ਨਹੀਂ ਕੀਤੀ ਜਿਹੜੀ ਵੱਡਵੀਂ ਹੋਵੇ। ਲੇਕਿਨ ਜਿਹੜੀ ਇੱਥੇ ਕੀਤੀ 26 ਤਰੀਕ ਨੂੰ ਜਦੋਂ ਕਿ ਸਾਡੇ ਉਪ ਰਾਸ਼ਟਰਪਤੀ ਸਾਹਿਬ ਨੇ ਏਕਤਾ ਦਾ ਸੰਦੇਸ਼ ਦਿੱਤਾ, ਬੀਬੀ ਹਰਸਿਮਰਤ ਦੇ ਉਸ ਏਕਤਾ ਦੇ ਸੰਦੇਸ਼ ਨੂੰ ਜਿਹੜੇ ਸੀ ਉਹ ਤੀਲੀ ਲਾਈ ਤੇ ਉਹਦੇ ਤੇ ਮਿੱਟੀ ਦਾ ਤੇਲ ਮੁੜ ਕੇ ਪਾਇਆ ਜਾ ਕੇ ਆਪਣੇ ਜਿਹੜੇ ਸੀ ਜਾਖੜ ਸਾਹਿਬ। ਮੈਂ ਇੰਨੀ ਗੱਲ ਕਹੂੰਗਾ, ਇਹੋ ਜਿਹੇ ਸਮਾਗਮਾਂ 'ਚ, ਇਹੋ ਜਿਹੇ ਧਾਰਮਿਕ ਸਮਾਗਮਾਂ 'ਚ ਇਹੋ ਜਿਹੀਆਂ ਗੱਲਾਂ ਨਹੀਂ ਹੋਣੀ ਚਾਹੀਦੀਆਂ। ਤੇ ਕੈਪਟਨ ਸਾਹਿਬ ਨੇ ਵੀ ਜਿਹੜਾ ਸੀ ਉਹ ਜਨਰਲ ਬਾਜਵਾ ਉਹਦੀ ਬੜੀ ਉਹਦੀ ਕੀਤੀ ਜੀ, ਉਹ ਆ ਰਹੀ ਸਾਡੇ ਜਵਾਨ ਮਾਰ ਰਹੀ ਆ ਜੀ, ਸਾਡੇ ਇਹ ਕਰ ਰਹੀ ਜੋ ਕਰ ਰਹੀ। ਮੈਂ ਸੋਚਦਾ ਵੀ ਉਹ ਸਮਾਗਮ 'ਤੇ ਗੱਲਾਂ ਕਰਨ, ਅਗਲੇ ਦਿਨ ਜਾ ਕੇ ਜਿੰਨੀ ਮਰਜ਼ੀ ਗਾਲਾਂ ਖਾਲੀ ਕੋਈ ਰੋਕਦਾ ਥੋੜ੍ਹੀ ਸੀਗਾ। ਇਸ ਕਰਕੇ ਮੈਂ ਸੋਚਦਾ ਵੀ ਇਸ ਮੁੱਦੇ ਤੇ ਸਿਆਸਤ ਜਿਹੜੀ ਗੰਧਲੀ ਸਿਆਸਤ ਹੋ ਰਹੀ, ਸਿਆਸਤ ਨਹੀਂ ਹੋ ਰਹੀ, ਸਿਆਸਤ ਵੀ ਗੰਧਲੀ ਹੋ ਰਹੀ ਆ। ਪਰ ਲੋਕ ਸਮਝਦਾਰ ਨੇ, ਲੋਕ ਸਮਝਦਾਰ ਨੇ, ਲੋਕ ਆਪੇ ਜਵਾਬ ਦੇਣਗੇ। ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਵੀ ਜਿਹੜੀ ਹੁਣ ਲੜਾਈ ਰਹਿ ਗਈ ਨਾ ਇਹਨਾਂ ਦੀ ਸਿਆਸੀ, ਉਹ ਇਸਲਾਮਾਬਾਦ ਦੇ ਵਿੱਚ, ਦਿੱਲੀ 'ਚ ਰਹਿ ਗਈ, ਲੋਕਾਂ 'ਚ ਨਹੀਂ ਲੜਾਈ ਹੈਗੀ। ਲੋਕ ਚਾਹਣਗੇ, ਲੋਕ ਮਜਬੂਰ ਕਰ ਦੇਣਗੇ ਇਹਨਾਂ ਨੂੰ ਬਾਰਡਰ ਖੋਲ੍ਹਣ ਵਾਸਤੇ। ਜੀ ਜੀ, ਮੈਂ ਉਸੇ ਗੱਲ ਤੇ ਆ ਰਿਹਾ ਵਾਂ ਪੱਟੀ ਸਾਹਿਬ। ਪਹਿਲੋਂ ਮੈਂ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਵਾਂ ਕਿ ਡੇਰਾ ਬਾਬਾ ਨਾਨਕ ਦੀ ਸਟੇਜ ਜਿਹੜੀ ਸੀ, ਚਾਹੇ ਉਹ ਸੈਂਟਰ ਦਾ ਪ੍ਰੋਗਰਾਮ ਸੀਗਾ, ਸਾਰਾ ਵੈਂਕਈਆ ਨਾਇਡੂ ਜਿਹੜੇ ਆ ਉਹ ਆਏ ਆ, ਚਾਹੇ ਉਸ ਨੂੰ ਸੁਖਜਿੰਦਰ ਸਿੰਘ ਰੰਧਾਵਾ ਕਹਿ ਰਹੇ ਕਿ ਉਹ ਕਿਸੇ ਪਾਰਟੀ ਦਾ ਪ੍ਰੋਗਰਾਮ ਨਹੀਂ ਸੀਗਾ, ਕਿਉਂਕਿ ਜਦੋਂ ਕੋਈ ਸੰਵਿਧਾਨਕ ਮੁਖੀ ਉੱਥੇ ਆ ਜਾਂਦਾ ਆ ਤਾਂ ਫਿਰ ਉਹ ਕਿਸੇ ਪਾਰਟੀ ਦਾ ਪ੍ਰੋਗਰਾਮ ਨਹੀਂ ਰਹਿ ਜਾਂਦਾ। ਉਹਦੀ ਗੱਲ ਕੀਤੀ ਜਾਵੇ, ਉੱਥੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲਿਖਣਾ, ਸੁਖਬੀਰ ਸਿੰਘ ਬਾਦਲ ਦਾ ਨੀਂਹ ਪੱਥਰ 'ਤੇ ਨਾਮ ਲਿਖਣਾ, ਉਸ ਤੋਂ ਪਹਿਲਾਂ ਇਹ ਪ੍ਰੋਗਰਾਮ ਜਿਹੜਾ ਇਹਨਾਂ ਨੇ ਐਟ ਏ ਟਾਈਮ 26 ਤਰੀਕ ਨੂੰ ਉੱਥੇ ਰੱਖਿਆ, ਕਿਸੇ ਵੀ ਪਾਕਿਸਤਾਨੀ ਅਧਿਕਾਰੀ ਨੂੰ ਇਹਨਾਂ ਨੇ ਕੋਈ ਵੀ ਜਿਹੜਾ ਵਾ ਉਹ ਨਿਯੋਤਾ ਨਹੀਂ ਦਿੱਤਾ ਕਿ ਤੁਸੀਂ ਆਓ ਇਸ ਪ੍ਰੋਗਰਾਮ 'ਚ ਸ਼ਾਮਲ ਹੋਵੋ। ਅਤੇ ਨਾ ਹੀ ਉੱਥੇ ਇਹ ਗੱਲ ਕੀਤੀ ਗਈ ਆ ਕਿ ਪਾਕਿਸਤਾਨ 'ਚ ਰਹਿਣ ਵਾਲੇ ਸਿੱਖ ਜਿਹੜੇ ਆ ਉਹ ਵੀ ਦਰਬਾਰ ਸਾਹਿਬ ਆ ਸਕਣਗੇ, ਬਿਨਾਂ ਵੀਜ਼ੇ ਤੋਂ ਆ ਸਕਣਗੇ ਜਾਂ ਕਿੱਦਾਂ ਆ ਸਕਣਗੇ ਜਾਂ ਕੀ। ਇਹਨਾਂ ਨੇ ਆਪਣੇ ਵੱਲੋਂ ਕੋਈ ਗੱਲ ਅਜਿਹੀ ਨਹੀਂ ਕੀਤੀ, ਬਸ ਇਹ ਗੱਲ ਕੀਤੀ ਗਈ ਕਿ ਇੱਧਰ ਦੇ ਸਿੱਖ ਉੱਧਰ ਜਾ ਸਕਣਗੇ। ਪਰ ਉਧਰ ਦੇ ਵੀ ਸਿੱਖ ਜਿਹੜੇ ਆ ਉਹਨਾਂ ਦੀ ਵੀ ਮਨੋਭਾਵਨਾ ਇਹ ਆ ਕਿ ਅਸੀਂ ਵੀ ਅੰਮ੍ਰਿਤਸਰ ਸਾਹਿਬ ਮੱਥਾ ਟੇਕੀਏ, ਆਈਏ। ਉਧਰ ਦੇ ਸਿੱਖਾਂ ਦੀ ਗੱਲ ਨਹੀਂ ਕੀਤੀ ਗਈ। ਜਿਹੜੀ ਚੀਜ਼ ਮੈਂ ਨੋਟ ਕਰਦਾ ਵਾਂ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ ਕਿ ਤੁਸੀਂ ਕਿਵੇਂ ਇਸ ਚੀਜ਼ ਨੂੰ ਦੇਖਦੇ ਜੇ ਕਿ ਇੱਧਰ ਦੇ ਸਿੱਖ ਤਾਂ ਜਾਣਗੇ ਉੱਧਰ, ਪਰ ਉਧਰ ਦੇ ਸਿੱਖਾਂ ਦੀ ਗੱਲ ਬਹੁਤ ਘੱਟ ਹੋਈ ਹੈ ਕਿ ਉਹ ਆਉਣਗੇ ਜਾਂ ਕਿੱਦਾਂ ਜਾਂ ਕੀ ਹੋਏਗਾ। ਵੇਖੋ ਜੀ, ਉਹਨਾਂ ਦੇ ਸਿੱਖਾਂ ਵਾਸਤੇ ਜਿਹੜਾ ਇਸ ਤਰ੍ਹਾਂ ਦਾ ਲਾਂਘਾ ਕੋਈ ਅੰਮ੍ਰਿਤਸਰ ਨੂੰ ਨਹੀਂ ਬਣ ਸਕਦਾ ਜੀ। ਇਸ ਕਰਕੇ ਇਮਰਾਨ ਖਾਨ ਨੇ ਕੱਲ ਇੰਨੀ ਗੱਲ ਕਹੀ ਆ ਵੀ ਅਸੀਂ ਇਹ ਬਾਰਡਰ ਇੰਨੇ ਪਿਕ ਕਰ ਦਾਂਗੇ, ਤੁਹਾਨੂੰ ਇੱਕ ਵਿਜ਼ਿਟ ਪਰਮਿਟ ਮਿਲੇਗਾ, ਵਿਜ਼ਿਟ ਪਰਮਿਟ ਲੈ ਕੇ ਤੁਸੀਂ ਜਦੋਂ ਮਰਜ਼ੀ ਚੱਲ ਜਾਓ, ਜਦੋਂ ਮਰਜ਼ੀ ਆ ਜਾਓ। ਜੇ ਇਹ ਗੱਲ ਬਣ ਜਾਂਦੀ ਤੇ ਬੜੀ ਵੱਡੀ ਗੱਲ ਆ। ਹੁਣ ਜਿਹੜੀ ਗੱਲ ਤੁਸੀਂ ਕਰਦੇ ਹੋ, ਇਹ ਗੱਲ ਪਹਿਲਾਂ ਵੀ ਚੱਲੀ ਸੀ ਵੀ ਜਿਹੜੇ ਪਾਕਿਸਤਾਨ ਦੇ ਸਿੱਖ ਦਰਬਾਰ ਸਾਹਿਬ ਦਰਸ਼ਨ ਕਰਨਾ ਚਾਹੁੰਦੇ ਆ, ਉਹਨਾਂ ਵਾਸਤੇ ਕੁਝ ਘੰਟਿਆਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਇੱਕ ਪਰਮਿਟ ਦਿੱਤਾ ਜਾਵੇ, ਸਰਕਾਰ ਪਰਮਿਟ ਦੇਵੇ ਤੇ ਉਹ ਦਰਬਾਰ ਸਾਹਿਬ ਦਰਸ਼ਨ ਕਰਕੇ ਵਾਪਸ ਚਲੇ ਜਾਣ। ਇਹ ਗੱਲ ਅੱਜ ਦੀ ਨਹੀਂ, ਇਹ ਪੁਰਾਣੀ ਗੱਲਬਾਤ ਚੱਲਦੀ ਆ। ਇਸ ਵੇਲੇ ਮੁੱਦਾ ਜਿਹੜਾ ਸੀ ਉਸ ਲਾਂਘੇ ਦਾ ਸੀਗਾ, ਲਾਂਘਾ ਦੇਣਾ ਪਾਕਿਸਤਾਨ ਨੇ, ਪਹਿਲ ਕਦਮੀ ਉਹਨਾਂ ਨੂੰ ਕਰਨੀ ਪੈਣੀ ਸੀ, ਉਹਨਾਂ ਕਰ ਦਿੱਤੀ ਕਿਉਂਕਿ ਦਰਬਾਰ ਉਹਨਾਂ ਦੇ ਕੋਲੇ ਆ, ਦਰਬਾਰ ਉਹਨਾਂ ਦੇ ਖੇਤਰ ਦੇ ਵਿੱਚ ਆ, ਉਹਨਾਂ ਪਹਿਲ ਕਦਮੀ ਕਰ ਦਿੱਤੀ। ਤੇ ਇਸ ਕਰਕੇ ਉਹਦੀ ਪਹਿਲ ਕਦਮੀ ਤੋਂ ਬਾਅਦ ਇਹ ਵੇਖੋ, ਮੈਂ ਪਹਿਲਾਂ ਤੋਂ ਫਿਰ ਗੱਲ ਕਰੂੰਗਾ, ਇਸ ਲਾਂਘੇ ਨੇ ਕਈ ਹੋਰ ਲਾਂਘੇ ਖੋਲ ਦੇਣੇ। ਜੇ ਕਿਤੇ ਕੱਲ ਨੂੰ ਇਹਨਾਂ ਨੇ ਜਿੱਦਾਂ ਸਰਨਾ ਸਾਹਿਬ ਨੇ ਮੰਗ ਕੀਤੀ ਆ ਵੀ ਅਰਾਈਵਲ ਵੀਜ਼ਾ ਨੂੰ ਦਿੱਤਾ ਜਾਵੇ, ਜੇ ਇਹੋ ਜਿਹੀ ਗੱਲ ਬਣ ਜਾਂਦੀ ਬਾਰਡਰ ਤੇ ਤੁਹਾਨੂੰ ਅਰਾਈਵਲ ਵੀਜ਼ਾ ਮਿਲਣਾ ਸ਼ੁਰੂ ਹੋ ਜਾਂਦਾ, ਤੇ ਇਹਦੋਂ ਵਧੀਆ ਹੋਰ ਸਕੀਮ ਕੀ ਚਾਹੀਦੀ ਹੈ। ਮੈਂ ਇਹ ਗੱਲ ਸੋਚਦਾ ਤੁਹਾਡੀ ਅੱਜ ਇੱਕ ਬੱਸ ਨਨਕਾਣਾ ਸਾਹਿਬ ਜਾਂਦੀ, ਮੈਂ ਕਿਹਾ ਸ਼ਾਇਦ ਹੁਣ ਤੇ ਬੰਦ ਹੋ ਗਈ ਹੈ, ਉਹ ਖਾਲੀ ਜਾਂਦੀ ਸੀ ਕਿਉਂਕਿ ਤਾਂ ਵੀਜ਼ਾ ਤੁਹਾਨੂੰ ਦਿੱਲੀ ਜਾ ਕੇ ਲੈਣਾ ਪੈਂਦਾ ਸੀ। ਜੇ ਉਹੀ ਵੀਜ਼ਾ ਸੈਂਟਰ ਅੰਮ੍ਰਿਤਸਰ 'ਚ ਬਣਾਇਆ ਜਾਂਦਾ, ਇੱਥੇ ਵੀਜ਼ੇ ਦਿੱਤੇ ਜਾਂਦੇ, ਤੇ ਮੇਰੇ ਖਿਆਲ ਲੋਕੀ ਜੇ ਇੱਕ ਬੱਸ ਦੀ ਕਈ ਬੱਸ ਜਿੰਨੀਆਂ ਮਰਜ਼ੀ ਬੱਸਾਂ ਭਰ ਕੇ ਤੁਸੀਂ ਨਨਕਾਣਾ ਸਾਹਿਬ ਲੈ ਜਾਂਦੇ। ਤੇ ਮੈਂ ਸੋਚਦਾ ਵੀ ਇਹਦੇ ਵਿੱਚ ਜਿਹੜਾ ਵਾ ਇਹ ਜਿਹੜੀ ਇਮਰਾਨ ਸਾਹਿਬ ਗੱਲ ਕਹੀ ਉਹਦਾ ਹਾਂ ਪੱਖੀ ਕਰਾ ਦੇਣਾ ਚਾਹੀਦਾ, ਨਾ ਕਿ ਉਹਦੀ ਆਲੋਚਨਾ ਕਰਨੀ ਚਾਹੀਦੀ ਹੈ। ਜੇ ਉਹ ਵਿਜ਼ਿਟ ਪਰਮਿਟ ਦੀ ਗੱਲ ਕਰਦੇ, ਅਰਾਈਵਲ ਵੀਜ਼ੇ ਦੀ ਗੱਲ ਕਰਦੇ, ਤੇ ਸਾਨੂੰ ਵੀ ਪਹਿਲ ਕਦਮੀ ਕਰਨੀ ਤੇ ਅਸੀਂ ਤਿਆਰ ਹਾਂ। ਬਿਲਕੁਲ। ਦੂਸਰੀ ਗੱਲ ਮੈਂ ਕਰਾਂ, ਰੱਖਿਆ ਮਾਹਿਰਾਂ ਦੀ ਇੱਕ ਗੱਲ ਜਿਹੜੀ ਆ ਉਹ ਸਾਹਮਣੇ ਇਹ ਆ ਰਹੀ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਇਹ ਨਾ ਸਮਝਿਆ ਜਾਵੇ ਕਿ ਭਾਰਤ ਤੇ ਪਾਕਿਸਤਾਨ ਦੇ ਸੰਬੰਧ ਚੰਗੇ ਹੋ ਗਏ ਆ। ਇਹ ਭਾਰਤ ਜਿਹੜਾ ਆ ਉਹ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਿਹਾ, ਕੀ ਕਰ ਰਿਹਾ, ਇਹ ਤੁਸੀਂ ਕਿੱਥੇ ਜਾ ਕੇ ਇਹ ਗੱਲ ਲੱਗਦੀ ਹੈ? ਵੇਖੋ ਜੀ, ਮੈਂ ਤਾਂ ਪਹਿਲਾਂ ਕਹਿ ਦਿੱਤਾ, ਸ਼ੁਰੂ 'ਚ ਗੱਲ ਕੀਤੀ ਹੈ ਵੀ ਇਹ ਲੜਾਈ ਜਿਹੜੀ ਸਿਆਸੀ ਲੜਾਈ ਹੈ ਨਾ ਜੀ, ਇਹ ਇਸਲਾਮਾਬਾਦ ਤੇ ਦਿੱਲੀ 'ਚ ਵਿੱਚ ਬੈਟਰ, ਲੋਕਾਂ 'ਚ ਨਹੀਂ ਆਉਣੀ ਚਾਹੀਦੀ। ਲੋਕਾਂ ਨੇ ਆਪੇ ਲੜਾਈ ਨੂੰ ਰੋਕ ਲੈਣਾ ਇਹਨਾਂ। ਜਿਹੜੀ ਗੱਲ ਤੁਸੀਂ ਸੁਰੱਖਿਆ ਮਾਹਿਰਾਂ ਦੀ ਗੱਲ ਕਰਦੇ ਹੋ, ਸੁਰੱਖਿਆ ਮਾਹਿਰ ਤੇ ਇਹ ਵੀ ਕਹਿੰਦੇ ਆ ਵੀ ਬਾਰਡਰ ਤੇ ਬਿਲਕੁਲ ਕੰਧ ਕਰ ਦਿਓ ਜੀ 20 ਫੁੱਟ 'ਚ,
ਪਹਿਲਾਂ ਤਾਰ ਵੀ ਉਹਨਾਂ ਲਵਾਈ, ਉਹਦੇ ਵੀ ਕਹਿੰਦੇ ਆ ਵੀ ਲੋੜ ਹੀ ਨਹੀਂ ਜੀ, ਇੱਥੇ ਬਰਨ ਵਾਲੀ ਕੰਧ ਇੱਥੇ ਕਰ ਦਿਓ ਤੁਸੀਂ। ਸੁਰੱਖਿਆ ਬਾਰੇ ਦੀ ਗੱਲ ਨਹੀਂ, ਅਸੀਂ ਲੋਕ ਭਾਵਨਾ ਵੀ ਵੇਖਣਾ। ਲੋਕ ਭਾਵਨਾ ਕੀ ਕਹਿੰਦੀ ਆ? ਸਾਡੇ ਵੇਖੋ ਜੀ ਰਿਵਾਜ ਸਾਂਝੇ, ਸਾਡਾ ਸੱਭਿਆਚਾਰ, ਸਾਡਾ ਸਮਾਜਿਕ ਜੀਵਨ ਸਾਂਝਾ, ਸਾਡੀ ਭਾਸ਼ਾ ਸਾਂਝੀ। ਜਿਹੜੇ ਡਾਕਟਰ ਹੈਗੇ ਨੇ HP ਸਿੰਘ ਹੋਰੀ ਸਕਾਟ ਦੇ, ਉਹ ਮੈਨੂੰ ਗੱਲ ਕਰਨ ਲੱਗੇ, ਮੈਨੂੰ ਕਹਿੰਦਾ ਜੀ ਪੱਟੀ ਸਾਹਿਬ ਵੇਖੋ, ਮੈਂ ਇੱਥੋਂ ਜਾਂਦਾ ਵਾਂ ਕਰਨਾਟਕਾ ਦੇ ਵਿੱਚ ਆਪਰੇਟ ਕਰਨ ਵਾਸਤੇ, ਮਰੀਜ਼ ਦੀ ਭਾਸ਼ਾ ਮੈਂ ਨਹੀਂ ਸਮਝਦਾ ਤੇ ਮਰੀਜ਼ ਮੇਰੀ ਭਾਸ਼ਾ ਨਹੀਂ ਸਮਝਦਾ, ਤੇ ਮੈਨੂੰ ਲਾਹੌਰ ਜਾਣ ਦਾ ਹੁਕਮ ਨਹੀਂ ਹੈਗਾ, ਜਿੱਥੇ ਮਰੀਜ਼ ਮੇਰੀ ਵੀ ਭਾਸ਼ਾ ਸਮਝਦਾ ਤੇ ਮੈਂ ਉਹਦੀ ਭਾਸ਼ਾ ਸਮਝਦਾ। ਬੜੀ ਵੱਡੀ ਗੱਲ ਹੈ। ਤੇ ਕਿੰਨੀ ਚੰਗੀ ਗੱਲ ਹੈ ਜੇ ਇਹ ਲੰਘਾ ਖੋਲੇ, ਇਹੋ ਜਿਹੇ ਲੰਘੇ ਖੋਲ੍ਹਣ, ਇਹੋ ਜਿਹੀਆਂ ਵਰਕ ਪਰਮਿਟ ਮਿਲ ਸਾਨੂੰ। ਜਿਹੜਾ ਡਾਕਟਰ ਸਾਡਾ ਇੱਥੇ ਅੰਮ੍ਰਿਤਸਰ ਬੈਠਾ, ਉਹਦੀ ਡਿਮਾਂਡ ਹੈ ਲਾਹੌਰ ਦੇ ਵਿੱਚ, ਡਾਕਟਰ ਸਾਹਿਬ ਤੁਸੀਂ ਆਓ ਆਪਰੇਸ਼ਨ ਕਰੋ, ਉਹ ਸਵੇਰੇ ਜਾਵੇ ਸ਼ਾਮ ਨੂੰ ਆਪਰੇਸ਼ਨ ਕਰਕੇ ਵਾਪਸ ਆ। ਬਹੁਤ ਸਾਰੇ ਮਰੀਜ਼ ਉਧਰੋਂ ਆਉਂਦੇ, ਬਹੁਤ ਸਾਰੇ ਮਰੀਜ਼ ਉਧਰੋਂ ਆਉਂਦੇ ਆ, ਤੇ ਕਿੰਨੀ ਚੰਗੀ ਗੱਲ ਆ। ਤੇ ਮੈਂ ਤੇ ਕਹਿੰਦਾ ਵੀ ਇਮਰਾਨ ਖਾਨ ਸਾਹਿਬ ਦੇ ਜਿਹੜਾ ਉਹਨਾਂ ਦਾ ਬਿਆਨ ਦਿੱਤਾ ਇਹਦੇ ਬਾਰੇ ਵੀ ਅਸੀਂ ਹੁਣ ਬੰਦੂਕਾਂ ਛੱਡੀਏ, ਹਥਿਆਰ ਛੱਡੀਏ, ਤੇ ਅਸੀਂ ਹੁਣ ਗੱਲਬਾਤ ਦਾ ਰਸਤਾ ਬਣਾ ਕੇ ਜਿਹੜੇ ਦੋਵਾਂ ਦੇਸ਼ਾਂ ਦੇ ਵਿੱਚ ਸੁਖਾਵੇਂ ਸੰਬੰਧ ਬਣੀਏ। ਤੇ ਇਹ ਵੀ ਗੱਲ ਕਹਿਤੀ ਵੀ ਅਸੀਂ ਇਹ ਲੀਕਾਂ ਲੂਕਾਂ ਬਟਾ ਦੀ, ਚੰਗੀ ਗੱਲ ਆ, ਭਾਵੇਂ ਉਹ ਲੀਕਾਂ ਨਹੀਂ ਮਿਟਣੀਆਂ। ਇਹ ਸਾਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਲੀਕਾਂ ਨਹੀਂ, ਸਿਆਸੀ ਆਗੂਆਂ ਦੀ ਲੀਕਾਂ ਨਹੀਂ ਮਿਟਣ ਦੇਣੀਆਂ। ਜੀ ਬਿਲਕੁਲ। ਲੇਕਿਨ ਫਿਰ ਵੀ ਜੇ ਇਹ ਸੁਖਾਵੇਂ ਸੰਬੰਧ ਹੁੰਦੇ ਆ, ਇੱਥੇ ਸਾਨੂੰ ਰਿਲੈਕਸੇਸ਼ਨ ਮਿਲਦੀ ਵੀਜ਼ੇ ਦੇ ਵਿੱਚ, ਅਰਾਈਵਲ ਵੀਜ਼ਾ ਮਿਲਦਾ ਵਾ, ਸਾਡਾ ਵਪਾਰ ਸ਼ੁਰੂ ਹੁੰਦਾ। ਅੱਜ ਦੀ ਡੇਟ 'ਚ ਜਿਹੜਾ ਵਪਾਰ ਸਾਡਾ ਵਾ ਉਹ ਕੀ ਵਾ? ਅੱਜ ਇੱਥੋਂ ਅੰਮ੍ਰਿਤਸਰ ਤੋਂ ਕੋਈ ਚੀਜ਼ ਚੱਲਦੀ, ਉਹ ਜਾਂਦੀ ਹੈ ਬੰਬੇ 'ਚ ਜਾਂਦੀ ਦੁਬਈ ਰਾਹੀਂ ਉਹ ਪਾਕਿਸਤਾਨ ਆਉਂਦੀ ਹੈ, ਤੇ ਉੱਥੇ ਕਾਟਿੰਗ ਨਹੀਂ ਪੈਂਦੀ ਹੈ। ਤੇ ਜੇ ਅੰਮ੍ਰਿਤਸਰ ਸਿੱਧੀ ਲਾਹੌਰ ਪਹੁੰਚਾ ਦੇ, ਕਿੰਨਾ ਖਰਚਾ ਵੱਜਦਾ ਸਾਡਾ? ਬਿਲਕੁਲ। ਇਸ ਕਰਕੇ ਉਸ ਚੀਜ਼ ਨੂੰ ਸਾਨੂੰ ਬੜਾਵਾ ਦੇਣਾ ਚਾਹੀਦਾ ਵਾ। ਇਸ ਪਾਸੇ ਨਹੀਂ ਕਹਿੰਦੇ ਸੁਰੱਖਿਆ ਫਲਾਣੀ ਗੱਲ ਹੈ, ਢਿੰਗੜੀ ਗੱਲ। ਸੁਰੱਖਿਆ ਦੀ ਕੋਈ ਗੱਲ ਨਹੀਂ ਹੈਗੀ। ਜੇ ਸੁਰੱਖਿਆ ਕਹਿੰਦੇ ਤਾਂ ਉਹਨਾਂ ਦੀ ਗੱਲ ਜ਼ਰੂਰ ਸੁਣੋ, ਲੇਕਿਨ ਉਨੀ ਕੁ ਸੁਣੋ ਜਿੰਨੀ ਕੁ ਲੋੜ ਹੈਗੀ ਜੀ। ਪੱਟੀ ਸਾਹਿਬ, ਇੱਕ ਗੱਲ ਹੋਰ ਸਾਹਮਣੇ ਆਈ ਕਿ ਕੱਲ ਜਿਹੜਾ ਇਮਰਾਨ ਖਾਨ ਸਾਹਿਬ ਨੇ ਭਾਸ਼ਣ ਦਿੱਤਾ, ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਿੱਧੂ ਸਾਹਿਬ ਤੁਸੀਂ ਤਾਂ ਇੱਥੇ ਆ ਕੇ ਇਲੈਕਸ਼ਨ ਲੜ ਲਓ, ਖਾਸ ਤੌਰ 'ਤੇ ਉੱਧਰ ਦੇ ਪੰਜਾਬ ਤੋਂ ਜੇਕਰ ਲੜ ਲਓ ਤਾਂ ਤੁਸੀਂ ਇਲੈਕਸ਼ਨ ਜਿੱਤ ਜਾਓਗੇ। ਗੱਲ ਜਿਹੜੀ ਆ, ਜਿਹੜੇ ਸਮਝਣ ਵਾਲੇ ਆ ਉਹ ਇਹ ਸਮਝਦੇ ਆ ਕਿ ਸਿੱਧੂ ਦੀ ਪਾਕਿਸਤਾਨ 'ਚ ਵੀ ਮਕਬੂਲੀਅਤ ਹੈਗੀ ਆ, ਕਿ ਉਹਨਾਂ ਨੇ ਕੱਲ ਜਿਸ ਤਰ੍ਹਾਂ ਦੇਖਿਆ ਕਿ ਉੱਥੇ ਮੈਂ ਵੀ ਇੱਕ ਫੁਟੇਜ ਜਿਹੜੀ ਆ ਦੇਖ ਰਿਹਾ ਸੀ ਕਿ ਲੋਕ ਸੈਲਫੀਆਂ ਕਰਵਾ ਰਹੇ ਸੀਗੇ ਸਿੱਧੂ ਦੇ ਨਾਲ, ਜਾਂ ਬਹੁਤ ਸਾਰੀਆਂ ਫੋਟੋਆਂ ਜਿਹੜੀਆਂ ਲੋਕ ਲਵਾ ਰਹੇ ਸੀਗੇ। ਉਸ ਚੀਜ਼ ਦਾ ਜ਼ਿਕਰ ਇਮਰਾਨ ਖਾਨ ਨੇ ਆਪਣੇ ਭਾਸ਼ਣ ਦੇ ਵਿੱਚ ਕੀਤਾ। ਪਰ ਗੱਲ ਫਿਰ ਉੱਥੇ ਹੀ ਆਉਂਦੀ ਆ ਕਿ ਸੁਖਬੀਰ ਬਾਦਲ ਦਾ ਅੱਜ ਜਿਹੜਾ ਬਿਆਨ ਸਾਹਮਣੇ ਆ ਰਿਹਾ, ਉਹਦੇ 'ਚ ਉਹ ਕਹਿੰਦਾ ਕਿ ਹਾਂ, ਰਾਹੁਲ ਗਾਂਧੀ ਨਾਲ ਸਿੱਧੂ ਨੂੰ ਗੱਲ ਕਰਨੀ ਚਾਹੀਦੀ, ਆਪਣੀ ਪਾਰਟੀ ਪਾਕਿਸਤਾਨ ਦੇ ਵਿੱਚ ਲਾਂਚ ਕਰ ਲੈਣਾ। ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਪਤਾ ਨਹੀਂਗਾ ਜੀ। 1885 ਜਦੋਂ ਕਾਂਗਰਸ ਬਣੀ ਸੀ ਨਾ ਜੀ, ਇਹਦੀ ਹੱਦ ਕਦੀ ਇਹ ਹਿੰਦੁਸਤਾਨ ਵਾਲੀ ਸੀ ਜੀ, ਇਹਦੀ ਹੱਦ ਅਫਗਾਨਿਸਤਾਨ ਤੱਕ ਸੀ ਜੀ। ਤੇ ਕਾਂਗਰਸ ਅੱਗੇ ਉੱਥੇ ਸਟੈਂਡ ਕਰਦੀ, ਬਾਕੀ ਕੀ ਰਹਿ ਗਿਆ? ਜੇ ਉਹਨਾਂ ਨੂੰ ਨਹੀਂ ਪਤਾ ਤੇ ਇਤਿਹਾਸ ਦੇ ਵਰਕੇ ਜ਼ਰੂਰ ਫਰੋਲ ਲਿਆ ਕਰਨ ਵੀ ਕਾਂਗਰਸ ਜਿਹੜੀ ਕਿੰਨੀ ਲੰਮੀ ਪਾਰਟੀ ਹੈ, ਕਦੋਂ ਦੀ ਪਾਰਟੀ ਹੈ, ਕਿੰਨਾ ਕਿਹਦਾ ਹੋਂਦ ਹੈ, ਕਿੱਥੇ ਕਿੱਥੇ ਕੰਮ ਕਰਦੀ ਰਹੀ ਹੈ, ਕੀ ਕੰਮ ਕਰਦੀ ਰਹੀ ਹੈ ਜੀ। ਜਦੋਂ ਪੰਜਾ ਸਾਹਿਬ ਦਾ ਕਬਜ਼ਾ ਲਿਆ ਤੇ ਸਰਦੂਲ ਸਿੰਘ ਕਵੀਸ਼ਰ ਸੀਗਾ, ਉਹਦੇ ਘਰ ਕਾਂਗਰਸ ਦੇ ਲੀਡਰਾਂ ਦੀ ਮੀਟਿੰਗ ਹੋਈ ਸੀ, ਪੰਜਾ ਸਾਹਿਬ ਦਾ ਕਬਜ਼ਾ ਨਾ ਲੈਣ ਦਿੱਤਾ ਜਾਵੇ ਸਿੱਖਾਂ ਨੂੰ। ਮੈਂ ਥੋੜਾ ਜਿਹਾ ਹਟ ਕੇ ਜਾ ਰਿਹਾ, ਥੋੜਾ ਜਿਹਾ ਇੱਕ ਐਗਜ਼ਾਮਪਲ ਦੇਣ ਲੱਗਾ। ਲੇਕਿਨ ਕਰਤਾਰ ਸਿੰਘ ਝੱਬਰ ਜਿਹੜਾ ਇੱਥੋਂ ਜਥਾ ਲੈ ਕੇ ਗਿਆ ਸੀ ਵੀ ਜਿਹੜਾ ਉੱਥੋਂ ਦਾ ਮਿੱਠਾ ਸਿੰਘ ਮਨ ਤੋਂ ਮਰ ਗਿਆ ਤੇ ਸਾਡੇ ਲਈ ਕਬਜ਼ਾ ਲੈਣਾ ਸੌਖਾ ਹੋਣਾ, ਉਹਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਵੀ ਅਸੀਂ ਕਬਜ਼ਾ ਲੈਣ ਆਏ ਹਾਂ, ਕਬਜ਼ਾ ਲੈਣ ਜਾਵਾਂਗੇ, ਜੋ ਮਰਜ਼ੀ ਹੋ ਜੇ, ਅਸੀਂ ਜਾ ਕੇ ਉੱਥੇ ਜਿਹੜਾ ਕਬਜ਼ਾ ਲਵਾਂਗੇ ਜੀ। ਅਮਰ ਸਿੰਘ ਝਬਾਲ ਨੂੰ ਕਾਂਗਰਸੀਆਂ ਨੇ ਭੇਜਿਆ ਵੀ ਤੂੰ ਇੰਨੀ ਗੱਲ ਕਹਿ ਦੇ ਜਾ ਕੇ ਸਵਰਾਜ ਹੋ ਜਾਣਾ ਜੀ, 31 ਦਸੰਬਰ 1920 ਨੂੰ ਸਾਨੂੰ ਸਵਰਾਜ ਮਿਲ ਜਾਣਾ ਤੇ ਗੱਲ ਹੀ ਕੋਈ ਨਹੀਂ, ਮੁੜ ਕੇ ਸਾਡਾ ਰਾਜ ਹੋਣਾ। ਹੁਣ ਮੇਰੇ ਵੀਰ ਕਈ ਗੁੱਸਾ ਨਾ ਕਰਨ ਗੱਲ ਦਾ, ਜੋ ਮੈਂ ਇਤਿਹਾਸ ਪੜ੍ਹੀ ਦੀ ਗੱਲ ਕਰਦਾ ਜੀ। ਕਰਤਾਰ ਸਿੰਘ ਝੱਬਰ ਨੇ ਇੰਨੀ ਗੱਲ ਕਹੀ ਸੀ, ਨਾ ਸਾਡੀ ਮੁਸਲਮਾਨਾਂ ਨੂੰ ਕੋਈ ਜਿਹੜੀ ਧਾਰਮਿਕ ਮੁਖਾਲਫਤ ਤੇ ਨਾ ਅੰਗਰੇਜ਼ਾਂ ਨੂੰ ਮੁਖਾਲਫਤ, ਤੇ ਹਿੰਦੂ ਜਿਹੜੇ ਆ ਉਹ ਸਾਡੀ ਹਮੇਸ਼ਾ ਮੁਖਾਲਫਤ ਧਾਰਮਿਕ ਤੌਰ ਤੇ ਵੀ ਕਰਦੇ ਰਹੇ ਨੇ ਜੀ। ਇਸ ਕਰਕੇ ਸਾਨੂੰ 31 ਦਸੰਬਰ ਤੋਂ ਬਾਅਦ ਨਾਲੋਂ ਹੁਣ ਕਬਜ਼ਾ ਲੈਣਾ ਸੌਖਾ ਵਾ। ਉਹ ਗਏ, ਉਹ ਕਬਜ਼ਾ ਲਓ, ਕਿਤੇ ਫਿਰ ਗੱਲ ਕਰਾਂਗੇ ਆਪਾਂ। ਮੇਰਾ ਕਹਿਣ ਤੋਂ ਭਾਵ ਵੀ ਉਹਨਾਂ ਨੂੰ ਪਤਾ ਹੋਣਾ ਵੀ ਜੇ ਮੀਟਿੰਗਾਂ ਲਾਹੌਰ 'ਚ ਹੋ ਸਕਦੀਆਂ, ਲਾਹੌਰ 'ਚ ਕਾਂਗਰਸ ਦੇ ਜਲਸੇ ਹੋ ਸਕਦੇ, ਵੱਡੀਆਂ ਵੱਡੀਆਂ ਰੈਲੀਆਂ ਹੋ ਸਕਦੀਆਂ, ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਵਰਗੇ ਉੱਥੇ ਲੀਡਰ ਆ ਸਕਦੇ, ਕਾਂਗਰਸ ਕੋਈ ਨਹੀਂ ਉੱਥੇ। ਕਾਂਗਰਸ ਅੱਜ ਵੀ ਉੱਥੇ ਹੈਗੀ ਹੈ। ਕਾਂਗਰਸ ਦੀ ਸੋਚ ਵਾਲੇ ਕਈ ਮੁਸਲਮਾਨ ਅੱਜ ਵੀ ਉੱਥੇ ਹੈਗੇ ਆ। ਰਹੀ ਗੱਲ ਸਿੱਧੂ ਸਾਹਿਬ ਦੀ, ਉਹਨਾਂ ਨੇ ਇਹੋ ਜਿਹੀ ਇੱਕ ਦੋਸਤਾਨਾ ਤੌਰ ਤੇ ਉਹਨਾਂ ਨੂੰ ਇੱਕ ਸੱਦਾ ਦਿੱਤਾ, ਤੁਸੀਂ ਲੜ ਸਕਦੇ ਹੋ, ਹਾਲਾਂਕਿ ਅਸੰਭਵ ਨਹੀਂ ਕਿ ਚੋਣ ਲੜਨ ਤੋਂ ਪਹਿਲਾਂ ਉੱਥੇ ਬੜੀ ਪ੍ਰਕਿਰਿਆ ਪੂਰੀ ਕਰਨੀ ਪੈਂਦੀ ਹੈ। ਤੁਸੀਂ ਜਾਓ ਤੇ ਸਿਟੀਜ਼ਨਸ਼ਿਪ ਲਓ, ਉਹਦਾ ਟਾਈਮ ਹੁੰਦਾ, ਇੰਨੇ ਚਿਰ ਤੋਂ ਬਾਅਦ ਇਲੈਕਸ਼ਨ ਲੜ ਸਕਦੇ ਹੋ, ਪਹਿਲਾਂ ਇਲੈਕਸ਼ਨ ਲੜ ਸਕਦੇ। ਉਹ ਤੇ ਇੱਕ ਉਹਨਾਂ ਦਾ ਇੱਕ ਪਿਆਰ ਸੀ
ਉਹਨਾਂ ਪਿਆਰ ਨਾਲ ਕਿ ਵੀ ਜੇ ਤੁਸੀਂ ਇੱਥੋਂ ਇਲੈਕਸ਼ਨ ਲੜੋ ਤਾਂ ਤੁਸੀਂ ਇੱਥੇ ਵੀ ਬੜੀ ਵੋਟ ਤੇ ਜਿੱਤ ਸਕਦੇ ਹੋ। ਇੱਕ ਪੱਟੀ ਸਾਹਿਬ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਹਰਕੀ ਪੌੜੀ ਤੋਂ ਜਲ ਲੈ ਕੇ ਗੁਰਜੀਤ ਸਿੰਘ ਔਜਲਾ ਵੀ ਗਏ, ਉਧਰੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਗਏ। ਧਾਰਮਿਕ ਮੁਖੀ ਜਾਂਦਾ ਵਾ, ਸਿੱਖਾਂ ਦੀ ਸਰਮੌਰ ਸੰਸਥਾ ਮੰਨੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਉਸ ਨੇ ਜਿਹੜਾ ਜਲ ਲੈ ਕੇ ਗਿਆ, ਉਹ ਜਲ ਨੂੰ ਜਿਹੜਾ ਛੱਟਾ ਉੱਥੇ ਆ ਉਹ ਹਰਸਿਮਰਤ ਬਾਦਲ ਜਿਹੜੀ ਕਿ ਸੈਂਟਰ ਵੱਲੋਂ ਆਈ ਆ, ਜਿਹਦਾ ਧਾਰਮਿਕ ਖੇਤਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਤੇ ਉਹ ਛੱਟਾ ਦਿੰਦੀ ਆ। ਤੇ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ? ਵੇਖੋ ਜੀ, ਲੌਂਗੋਵਾਲ ਸਾਹਿਬ ਇੱਕ ਸੰਸਥਾ ਦੇ ਮੁਖੀ ਨੇ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਮੂਹ ਸਿੱਖਾਂ ਦੀ ਨੁਮਾਇੰਦਗੀ ਕਰਨ ਦੀ ਆਖੀ ਜਾਂਦੀ ਆ ਜੀ, ਵੀ ਇਹ ਨੁਮਾਇੰਦਗੀ ਕਦੇ ਸਿੱਖਾਂ ਦੀ ਜੀ, ਬੜੀ ਚੰਗੀ ਗੱਲ ਆ ਜੀ। ਸਿੱਖਾਂ ਦੀ ਜਦੋਂ ਵੀ ਕੋਈ ਭੀੜ ਬਣਦੀ ਉਹਨਾਂ ਦਾ ਜਿਹੜਾ ਉਹਦਾ ਧਿਆਨ ਹੁੰਦਾ ਨਾ ਵੀ ਉਹਦਾ ਸ਼੍ਰੋਮਣੀ ਕਮੇਟੀ ਵਾਲੇ ਪਾਸੇ ਤੇ ਅਕਾਲ ਤਖਤ ਵਾਲੇ ਪਾਸੇ ਹੁੰਦਾ ਵੀ ਇਹ ਸਾਡੀ ਮਦਦ ਤੇ ਕਿੰਨਾ ਪਾਉਂਦੇ ਆ। ਇਹ ਬਿਆਨ ਵੀ ਦੇ ਦੇਣ ਤੇ ਉਹ ਸੰਤੋਸ਼ ਹੋ ਜਾਂਦੇ ਵੀ ਚਲੋ ਘੱਟੋ ਘੱਟ ਨਾ ਬਿਆਨ ਤੇ ਦਿੱਤਾ। ਇਸ ਸ਼੍ਰੋਮਣੀ ਸੰਸਥਾ ਸਿੱਖਾਂ ਦੀ ਪਾਰਲੀਮੈਂਟ ਜੀ, ਉਹਦਾ ਰਾਸ਼ਟਰਪਤੀ, ਉਹਦਾ ਪ੍ਰਧਾਨ ਸਾਡੇ ਰਾਸ਼ਟਰਪਤੀ ਬਰਾਬਰ ਜੀ, ਜੇ ਉਹ ਉੱਥੇ ਹਰਕੀ ਪੌੜੀ ਤੋਂ ਅੰਮ੍ਰਿਤ ਲੈ ਕੇ ਗਿਆ ਵਾ ਛਿੜਕਣ ਵਾਸਤੇ, ਮੈਂ ਛਿੜਕੂਗਾ, ਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਉਹਦੇ ਕੋਲ ਆਪਣਾ ਜਿਹੜਾ ਸੀ ਉਹ ਜਿਹੜਾ ਪੌਟ ਸੀਗਾ, ਭਾਂਡਾ ਸੀ, ਉਹ ਲੈ ਲਿਆ। ਮਤਲਬ ਤੁਹਾਨੂੰ ਕਿ ਪਿੱਛੇ ਆਪੇ ਛਿੜਕ ਲੂੰ ਮੈਂ ਸੋਚਦਾ ਵੀ ਬੀਬੀ ਹਰਸਿਮਰਤ ਕੌਰ ਨਾਲੋਂ ਏਡੀ ਵੱਡੀ ਗਲਤੀ ਕੋਈ ਹੋਰ ਨਹੀਂ ਹੋ ਸਕਦੀ। ਸਿਆਸੀ ਲੋਕਾਂ ਨਾਲੋਂ ਜੇ ਧਾਰਮਿਕ ਜਥੇਬੰਦੀ ਦਾ ਆਗੂ ਉਹ ਛਿੜਕਾ ਕਰਦਾ ਤਾਂ ਉਸ ਦਾ ਸੁਨੇਹਾ ਔਰ ਮੈਂ ਅਗਲੀ ਗੱਲ ਵੀ ਕਹੂੰਗਾ ਜੀ, ਜਿਸ ਦਿਨ ਲੌਂਗੋਵਾਲ ਸਾਹਿਬ ਪ੍ਰਧਾਨ ਬਣੇ ਸੀ ਉਹਨਾਂ ਗੁਰੂ ਦਾ ਧੰਨਵਾਦ ਬਾਅਦ ਚ ਕੀਤਾ ਸੀ, ਪਹਿਲਾਂ ਬਾਦਲਾਂ ਦਾ ਕੀਤਾ ਸੀ, ਤੇ ਫਿਰ ਉਹਦਾ ਪੱਪਟ ਹੀ ਹੋਇਆ ਜੀ। ਜੇ ਪੱਪਟ ਤੇ ਫਿਰ ਜੋ ਮਰਜ਼ੀ ਕਰਨ ਕੀ ਫਰਕ ਪੈਂਦਾ ਉਹਨੂੰ ਉੱਥੇ ਜਾ ਕੇ ਵਿਦੇਸ਼ ਜਾ ਕੇ ਪੱਪਟ ਨਹੀਂ ਸੀ ਮੰਨਣਾ ਚਾਹੀਦਾ, ਭਾਵੇਂ ਨਾਲ ਖਲੋ ਜਾਂਦਾ ਉੱਥੇ, ਲੋ ਬੀਬੀ ਜੀ ਤੁਹਾਡੇ ਨਾਲ ਮੈਂ ਵੀ ਸਾਡਾ ਕਰਨਾ, ਕੋਈ ਗੱਲ ਨਹੀਂ, ਇੰਨੀ ਗੱਲ ਕਿ ਨਾਲ ਖਲੋ ਜਾਂਦਾ। ਲੇਕਿਨ ਇਹਦੀ ਮੈਨੂੰ ਹਿੰਮਤ ਨਹੀਂ ਪਈ। ਜਿਹੜੇ ਸਾਡੇ ਔਜਲਾ ਸਾਹਿਬ ਸੀਗੀ ਉਹ ਤਾਂ ਟੀਵੀ 'ਤੇ ਕਿਤੇ ਦੱਸੇ ਨਹੀਂ ਪਏ ਉਹਨਾਂ ਦਾ ਅੰਮ੍ਰਿਤ ਕਿੱਥੇ ਚਲ ਗਿਆ ਕਿੱਥੇ ਨਹੀਂ ਗਿਆ, ਉਹ ਮੈਂ ਨਹੀਂ ਵੇਖਿਆ ਕਿਤੇ, ਮੈਨੂੰ ਦੱਸਿਆ ਹੋਵੇ ਕਿਤੇ ਉੱਥੇ ਉਹਨਾਂ ਕਿੱਥੇ ਛਿੜਕਿਆ ਕਿੱਥੇ ਨਹੀਂ ਛਿੜਕਿਆ। ਇਸ ਕਰਕੇ ਪਹਿਲੀ ਗੱਲ ਤੇ ਇਹ ਅੰਮ੍ਰਿਤ ਵਾਲੀ ਗੱਲ ਮੈਂ ਸੋਚਦਾ ਨਹੀਂ ਕਰੀ ਤੇ ਉਹ ਤੇ ਵੈਸੇ ਹੀ ਜਿਹੜਾ ਦਰਬਾਰ ਉਹ ਅੰਮ੍ਰਿਤ ਉੱਪਰ ਬਿਲਕੁਲ, ਉਹ ਕਈ ਅੰਮ੍ਰਿਤਾਂ ਤੋਂ ਉੱਪਰ ਆ ਬਿਲਕੁਲ। ਔਰ ਉਹ ਇੱਕ ਦਰਬਾਰ ਇਹੋ ਜਿਹਾ ਦਰਬਾਰ ਜਿਹਨੇ ਉੱਥੇ ਮਨੁੱਖਤਾ ਦੀ, ਜਿਹਨੇ ਉੱਥੇ ਇਨਸਾਨੀਅਤ ਦੀ ਨੀਂਹ ਰੱਖੀ। ਤੇ ਅੱਜ ਵੀ ਤੁਸੀਂ ਉੱਥੇ ਜਦੋਂ ਜਾਓਗੇ ਤਾਂ ਤੁਸੀਂ ਮਹਿਸੂਸ ਕਰੋਗੇ ਵੀ ਇਹਦੇ ਸਾਨੂੰ ਉਹ ਜਿਹੀ ਇਨਸਾਨੀਅਤ ਦੀ ਜਿਹੜੀ ਸੁਗੰਧ ਆ ਰਹੀ। ਕਿਰਤ ਕਰੋ ਵੰਡ ਛਕੋ ਦਾ ਸਿਧਾਂਤ ਜਿਹੜਾ ਆ ਉਹ ਸਿਰਫ ਇਹੀ ਨਹੀਂ ਦਿੱਤਾ, ਕਿਰਤ ਕਰੋ ਵੰਡ ਕਰੋ ਨਵ ਸਿਧਾਂਤ ਨਹੀਂ ਦਿੱਤਾ। 1515 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ ਨੇ। 14 ਜੁਲਾਈ 1539 ਨੂੰ ਉਹਨਾਂ ਨੇ ਆਪਣੀ ਜਿਹੜੀ ਗੁਰਗੱਦੀ ਆ ਉਹ ਭਾਈ ਲਹਿਣਾ ਜੀ ਨੂੰ ਅੰਗਦ ਦੇਵ ਜੀ ਦੇ ਰੂਪ ਦੇ ਦਿੱਤੀ ਉਹਨਾਂ ਨੂੰ ਜੀ। ਤੇ 22 ਸਤੰਬਰ 1539 ਨੂੰ ਗੁਰੂ ਸਾਹਿਬ ਜੋਤੀ ਜੋ ਸਮਾ ਗਏ ਨੇ ਉਸ ਜਗ੍ਹਾ ਦੇ ਉੱਤੇ। ਔਰ ਬੜੀ ਵੰਡੰਬਣਾ ਵੇਖੋ ਤੁਸੀਂ ਉਹਦੀ ਇਸ ਇਤਿਹਾਸਕ ਸਥਾਨ ਦੀ ਜੀ, ਵੀ ਇਸ ਜਗ੍ਹਾ ਦੇ ਉੱਤੇ ਦੋ ਨੇ, ਇੱਕ ਮਜ਼ਾਰ ਬਣੀਆਂ, ਇੱਕ ਦਰਬਾਰ ਬਣਿਆ ਜੀ, ਦੋਵਾਂ ਦੀ ਲਾਗੋ ਲਾਗੀ ਬਣਿਆ ਤੇ ਉਹਨਾਂ ਨੂੰ ਅਲੱਗ-ਅਲੱਗ ਕਰਨ ਵਾਸਤੇ ਇੱਕ ਕੰਧ ਬਣਾਈ ਗਈ ਵਿੱਚ। ਉਹ ਕੰਧ ਇਹੋ ਜਿਹੀ ਬਣਾਈ ਤੇ ਜਿਹੜੀ ਕੰਧ ਵੀ ਹਿੰਦੁਸਤਾਨ ਦੇ ਪੱਖ 'ਚ ਬਣੀ ਉਹ ਵੀ ਬਿਲਕੁਲ ਦਰਬਾਰ ਦੇ ਨਾਲ ਬਣੀ। ਬਿਲਕੁਲ ਰਾਵੀ ਦਰਿਆ ਵਾ, ਅਸੀਂ ਕਹਿੰਦੇ ਵੀ 2.5 ਦਰਿਆ ਉਧਰ ਹੈ ਕਿ 2.5 ਉਧਰ, ਕਿ ਨਹੀਂ, ਰਾਵੀ ਦਰਿਆ ਸਾਂਝਾ ਦਰਿਆ ਵਾ। ਇਹ ਕਿਤੇ ਪਾਕਿਸਤਾਨ ਜਾਂਦਾ, ਕਿਤੇ ਹਿੰਦੁਸਤਾਨ 'ਚ ਹੁੰਦਾ ਜੀ। ਔਰ ਹਮੇਸ਼ਾ ਹੀ ਉਹ ਬਾਬੇ ਨਾਨਕ ਦੀ ਜਿਹੜੀ ਜ਼ਮੀਨ ਆ ਜੀ ਉਹਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਸਿਜਦਾ ਆ ਰਿਹਾ ਜੀ। ਉਹਦਾ ਆਪਣਾ ਇੱਕ ਵੱਖਰਾ ਇਤਿਹਾਸ ਆ ਜੀ ਜੀ। ਇਸ ਕਰਕੇ ਬਾਬੇ ਨਾਨਕ ਦੇ ਉਹ ਲਾਂਘੇ ਵਾਲੀ ਜਗ੍ਹਾ ਦੇ ਉੱਤੇ ਕਿਸੇ ਕਿਸਮ ਦੀ ਸਿਆਸਤ ਨਹੀਂ ਚਾਹੀਦੀ ਸੀ ਜੀ ਜੀ। ਜੇ ਚੰਗਾ ਹੁੰਦਾ, ਇਮਰਾਨ ਸਾਹਿਬ ਚੰਗਾ ਕਰਦੇ ਤੇ ਸਿਰਫ ਓਨਲੀ ਧਾਰਮਿਕ ਆਗੂਆਂ ਨੂੰ ਬੁਲਾਉਂਦੇ। ਜਿਹੜਾ 26 ਨੂੰ ਸਾਡਾ ਹੋਇਆ ਉੱਥੇ ਵੀ ਧਾਰਮਿਕ ਆਗੂ ਬੁਲਾਏ ਜਾਂਦੇ। ਉਹ ਇਹਦਾ ਸ਼ਿਲਾਨਾਸ਼, ਇਹਦਾ ਨੀਂਹ ਪੱਥਰ ਉਹ ਆਪਣੇ ਹੱਥਾਂ ਨਾਲ ਰੱਖਦੇ, ਚੰਗੀ ਗੱਲ ਸੀ ਜੀ ਜੀ ਜੀ। ਤੇ ਜੇ ਇਹ ਨਹੀਂ ਕੀਤਾ ਤੇ ਸਿਆਸੀ ਜਿਹੜੇ ਲੀਡਰ ਸੀ ਉਹਨਾਂ ਦੀ ਕਰਤੂਤ ਤੁਸੀਂ ਵੇਖ ਜੋ ਘੋਲੀ ਉਹਨਾਂ ਨੇ ਜੀ ਜੀ ਜੀ। ਪਾਕਿਸਤਾਨ ਦੇ ਵੀ ਚਾਹੀਦਾ ਸੀ ਵੀ ਜਿੰਨੇ ਧਾਰਮਿਕ ਆਗੂ ਉਹਨਾਂ ਮੁਸਲਮਾਨਾਂ ਦੇ ਸੀ, ਸਿੱਖਾਂ ਦੇ ਸੀ, ਹਿੰਦੂ ਦੇ ਬੁਲਾ ਲੈਂਦੇ। ਜਿਹੜੇ ਇੱਧਰ ਸੀ ਇੱਥੇ ਵੀ ਸੀ ਸਿੱਖਾਂ ਦੇ ਜਿਹੜੇ ਸੀ ਬੁਲਾ ਲੈਂਦੇ, ਸੰਤ ਸਮਾਜ ਨੂੰ ਬੁਲਾ ਲੈਂਦੇ ਉੱਥੇ, ਕਹਿੰਦੇ ਬੈਠੋ ਜੀ ਇੱਥੇ, ਸਿਆਸੀ ਆਗੂ ਕੋਈ ਨਹੀਂ ਬੋਲੇਗਾ, ਇਹ ਬਾਬੇ ਬੋਲਣਗੇ, ਬਾਕੀ ਸੰਬੋਧਨ ਕਰਨਗੇ ਇੱਥੇ, ਜਾਂ ਜਿਹੜਾ ਤੁਹਾਡਾ ਚੀਫ ਗੈਸਟ ਉਹ ਕਰੇਗਾ, ਬਾਕੀ ਕੋਈ ਨਹੀਂ ਬੋਲੇਗਾ, ਬਾਕੀ ਥੱਲੇ ਬੈਠੋ ਸਾਰੇ ਜਾਣੇ। ਉਹ ਤਾਂ ਗੱਲ ਕੀਤੀ ਨਹੀਂ ਅਸੀਂ ਜੀ ਜੀ ਜੀ। ਅਸੀਂ ਤੇ ਖੁਦ ਪ੍ਰੋਟੋਕੋਲ ਦੀ ਖੁਦ ਲੰਘਣਾ ਕੀਤੀ ਜੀ। ਬਿਲਕੁਲ ਪੱਟੀ ਸਾਹਿਬ, ਸਮਾਂ ਆਪਣਾ ਸਮਾਪਤ ਆ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜੀ ਇਹ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਜੋ ਵੀ ਅੱਜ ਦੀ ਚਰਚਾ ਹੋਈ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਆ ਉਹਨਾਂ ਨੂੰ ਕਿਵੇਂ ਦੀ ਲੱਗੀ, ਇਸ ਦੀ ਫੀਡਬੈਕ ਜਿਹੜੀ ਇਸ ਚੈਨਲ ਦੇ ਉੱਤੇ ਜ਼ਰੂਰ ਦੇਣਾ। ਪੱਟੀ ਸਾਹਿਬ ਦਾ ਧੰਨਵਾਦ। ਤੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦਿਆਂ ਹੋਇਆਂ ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।